ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਮੈਂ ਹਾਂ ਗਗਨਦੀਪ ਸਿੰਘ ਤੇ ਲੈ ਕੇ ਹਾਜ਼ਰ ਹੋਇਆ ਲਾਈਵ ਕਪੜ ਛਾਣ ਦਾ ਇੱਕ ਖਾਸ ਪ੍ਰੋਗਰਾਮ, ਜਿਸ ਦੇ ਵਿੱਚ ਵੱਖ-ਵੱਖ ਖਬਰਾਂ ਦਾ ਲਾਈਵ ਕਪੜ ਛਾਣ ਕਰਦੇ ਹਾਂ। ਕਾਫੀ ਲੰਬੇ ਸਮੇਂ ਬਾਅਦ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਂਝ ਪੈਣੀ ਸ਼ੁਰੂ ਹੋਣੀ ਹੈ, ਕਿਉਂਕਿ ਲਗਾਤਾਰ ਕਰੋਨਾ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ 19-20 ਦਿਨਾਂ ਤੋਂ ਬਾਅਦ ਸੁਰਿੰਦਰ ਡੱਲਾ ਜੀ ਸਟੂਡੀਓ ਦੇ ਵਿੱਚ ਪਹੁੰਚੇ ਨੇ। ਸਭ ਤੋਂ ਪਹਿਲਾਂ ਡੱਲਾ ਸਾਹਿਬ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗਗਨ, ਤੁਹਾਡਾ ਵੀ। ਤੇ ਅੱਜ ਖਾਸ ਮਸਲੇ ਨੇ ਜਿਨ੍ਹਾਂ ਦੇ ਉੱਤੇ ਕੱਪੜ ਛਾਣ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਨਾ ਹੈ। ਵੱਡੇ ਮਸਲੇ ਪੰਜਾਬ ਦੀ ਸਿਆਸਤ ਦੇ ਵਿੱਚੋਂ ਖੜੇ ਹੋਏ ਨੇ। ਨਵਜੋਤ ਸਿੰਘ ਸਿੱਧੂ ਦੀ ਜੋੜੀ ਪਟਿਆਲੇ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਤੇ ਸਰਗਰਮ ਨਜ਼ਰ ਆ ਰਹੀ ਹੈ। ਉਧਰ ਦੂਜੇ ਪਾਸੇ ਸਿਆਸੀ ਤੌਰ ਦੇ ਉੱਤੇ ਐਕਟਿਵ ਹੁੰਦੇ ਨਜ਼ਰ ਆ ਸਕਦੇ ਨੇ ਆਈਜੀ ਕੁਮਰ ਵਿਜੇ ਪ੍ਰਤਾਪ, ਜਿਨ੍ਹਾਂ ਦੇ ਵੱਲੋਂ ਅਸਤੀਫਾ ਬੀਤੇ ਦਿਨ ਦਿੱਤਾ ਗਿਆ। ਉਸ ਦੇ ਉੱਤੇ ਗੱਲਬਾਤ ਕਰਾਂਗੇ। ਰਵਨੀਤ ਬਿੱਟੂ ਆਪਣੀ ਹੀ ਪਾਰਟੀ ਦੇ ਲਈ ਵੱਡੇ ਸਵਾਲ ਖੜੇ ਕਰ ਰਹੇ ਨੇ, ਉਸ ਦੇ ਉੱਤੇ ਵੀ ਗੱਲਬਾਤ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਉਧਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਲੀ ਦੇ ਵਿੱਚ ਨਵੀਆਂ ਹਦਾਇਤਾਂ ਲਗਾਤਾਰ ਜਾਰੀ ਕੀਤੀਆਂ ਜਾ ਰਹੀਆਂ ਨੇ, ਉਸ ਦੇ ਉੱਤੇ ਵੀ ਗੱਲਬਾਤ ਰਹੇਗੀ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ, ਫਿਰ ਇੱਕ ਇੱਕ ਕਰਕੇ ਮਸਲਿਆਂ ਦੇ ਵੱਲ ਵਧਾਂਗੇ। ਡੱਲਾ ਜੀ ਸਵਾਗਤ ਹੈ। ਬਹੁਤ ਧੰਨਵਾਦ ਗਗਨ। ਡੱਲਾ ਜੀ, ਸਭ ਤੋਂ ਪਹਿਲਾਂ ਤਾਂ ਜੇਕਰ ਵੇਖੀਏ ਤਾਂ ਪੰਜਾਬ ਦੇ ਵਿੱਚ ਮੌਜੂਦਾ ਹਾਲਾਤ ਕਿਸਾਨਾਂ ਦੇ ਕਿੱਦਾਂ ਵੇਖ ਰਹੇ ਹੋ? ਕਿਉਂਕਿ ਮੰਡੀਆਂ ਦੇ ਵਿੱਚ ਬਹੁਤ ਬੁਰੇ ਹਾਲਾਤ, ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ, ਕਈ ਜਗ੍ਹਾਵਾਂ ਦੇ ਉੱਤੇ 2-2 ਦਿਨ ਤੋਂ ਖਰੀਦ ਨਹੀਂ ਹੋਈ, ਵਾਰਦਾਨਾ ਨਹੀਂ ਪਹੁੰਚ ਗਿਆ। ਕਿੱਦਾਂ ਵੇਖ ਰਹੇ ਹੋ ਇਹਨਾਂ ਸਾਰੇ ਹਾਲਾਤਾਂ ਨੂੰ? ਦੇਖੋ, ਕੇਂਦਰ ਦੀ ਸਰਕਾਰ ਤੇ ਸੂਬੇ ਦੀ ਸਰਕਾਰ, ਇਹਨਾਂ ਨੇ ਗੱਲਾਂ ਬਹੁਤ ਵੱਡੀਆਂ ਕੀਤੀਆਂ ਸੀ। ਕੈਪਟਨ ਅਮਰਿੰਦਰ ਕਹਿੰਦੇ ਸੀ ਭਾਰਤ ਭੂਸ਼ਣ ਆਸ਼ੂ ਜਿਹੜੇ ਮੰਤਰੀ ਨੇ ਫੂਡ ਐਂਡ ਸਿਵਲ ਸਪਲਾਈ ਦੇ, ਉਹ ਕਹਿੰਦੇ ਸੀ ਵੀ ਚਿੰਤਾ ਨਾ ਕਰੋ ਕਿਸਾਨਾਂ ਨੂੰ। ਕਹਿੰਦੇ ਆੜ੍ਹਤੀਆਂ ਨੂੰ ਵੀ ਕਹਿੰਦੇ ਚਿੰਤਾ ਨਾ ਕਰੋ, ਸਰਕਾਰ ਹੱਲ ਕੱਢ ਲੂਗੀ ਪੰਜਾਬ ਸਰਕਾਰ। ਪਹਿਲਾਂ ਤਾਂ ਕਹਿੰਦੇ ਵੀ ਅਸੀਂ ਪੁਰਾਣੇ ਸਿਸਟਮ ਤੇ ਹੀ ਖਰੀਦ ਕਰਾਂਗੇ। ਹੁਣ ਜਦੋਂ ਇਹ ਭਾਰਤ ਭੂਸ਼ਣ ਆਸ਼ੂ, ਲਾਲ ਸਿੰਘ ਔਰ ਮਨਪ੍ਰੀਤ ਬਾਦਲ ਜਦੋਂ ਕੇਂਦਰ ਕੋਲੇ ਗਏ ਪਿਊਸ਼ ਗੋਇਲ ਕੋਲੇ, ਤਾਂ ਪਿਊਸ਼ ਗੋਇਲ ਉਹਨਾਂ ਨੇ ਸਾਫ਼ ਹੀ ਕਹਿਤਾ, ਕਹਿੰਦੇ ਅਸੀਂ ਨਹੀਂ ਖਰੀਦ ਸਕਦੇ, ਅਸੀਂ ਤਾਂ ਉਸੇ ਸਿਸਟਮ ਨਾਲ ਖਰੀਦਾਂਗੇ ਜਿਹੜਾ ਅਸੀਂ ਤੁਹਾਨੂੰ ਚਿੱਠੀ ਲਿਖ ਕੇ ਦੱਸਿਆ ਪਿਛਲੇ ਕਈ ਸਾਲਾਂ ਤੋਂ। ਬੇਰੰਗ ਲਿਫਾਫੇ ਵਾਂਗ ਮੁੜਿਆ ਹੈ ਜੀ, ਆ ਕੇ ਕਹਿੰਦੇ ਕੇਂਦਰ ਤਾਂ ਮੰਨਦਾ ਨਹੀਂ। ਤੇ ਪਹਿਲਾਂ ਇੱਥੇ ਸਮਾਂ ਲੰਘਾਤਾ ਇਹਨਾਂ ਨੇ ਪਹਿਲਾਂ, ਹੈ ਗਗਨ, ਵੀ ਅਸੀਂ ਤਾਂ ਜੀ ਬਹੁਤ ਤਕੜੇ ਫੈਸਲੇ ਕਰਨ ਵਾਲੇ ਬੰਦੇ ਆ, ਵੀ ਕੈਪਟਨ ਸਾਹਿਬ ਨੇ ਕਹਿੰਦੇ ਕਹਤੇ ਅਸੀਂ ਤਾਂ ਪੁਰਾਣੇ ਸਿਸਟਮ ਤੋਂ ਹੀ ਖਰੀਦਾਂਗੇ। ਬਾਅਦ 'ਚ ਕੀ ਹੋਇਆ? ਬਾਅਦ 'ਚ ਹਥਿਆਰ ਸੁੱਟ ਗਏ। ਬਾਅਦ 'ਚ ਕਹਿੰਦੇ ਜੀ ਕੇਂਦਰ ਨਹੀਂ ਮੰਨਦਾ। ਪਿਊਸ਼ ਗੋਇਲ ਨਾਲ ਹਾਲੇ ਤਾਂ ਮੀਟਿੰਗ ਹੋਈ ਸੀ, ਉੱਥੋਂ ਹੀ ਮੁੜਿਆ ਏ ਖਾਲੀ, ਜਿਵੇਂ ਮੈਂ ਕਿਹਾ ਬਰੰਗ ਲਿਫਾਫੇ ਵਾਂਗ ਮੁੜਿਆ ਏ ਸਾਡੇ ਮੰਤਰੀ। ਤੇ ਹੁਣ ਦੇਖ ਲਓ ਮੰਡੀਆਂ 'ਚ ਕਿਸਾਨ ਰੁਲ ਗਿਆ। ਅਗਰ ਸਰਕਾਰ ਨੇ ਪਹਿਲਾਂ ਤਿਆਰੀ ਕੀਤੀ ਹੁੰਦੀ, ਘੱਟੋ ਘੱਟ ਅੱਜ ਆਹ ਸਥਿਤੀਆਂ ਤਾਂ ਨਹੀਂ ਸੀ ਹੋਣੀਆਂ। ਪਹਿਲਾਂ ਆੜ੍ਹਤੀਏ ਰੁੱਸ ਗਏ ਸੀ, ਫਿਰ ਆੜ੍ਹਤੀਏ ਮੰਨ ਗਏ, ਆ ਵਿੱਚ ਜੇ ਫਿਰ ਕਿਤੇ ਆੜ੍ਹਤੀਏ ਰੁੱਸ ਜਾਂਦੇ ਮੰਡੀ 'ਚ, ਕਦੀ ਮੰਨ ਜਾਂਦੇ ਨੇ। ਕਿਸਾਨਾਂ ਦਾ ਦੇਖੋ ਸਰਕਾਰ ਹੁਣ ਕਿੱਥੇ ਹੈ? ਹੁਣ ਕੈਪਟਨ ਸਾਹਿਬ ਕਹਿੰਦੇ ਸੀ ਵੀ ਮੇਰੇ ਰਾਜ 'ਚ ਤਾਂ ਮੰਡੀਆਂ 'ਚ ਕਿਸਾਨ ਰੁਲਦਾ ਹੀ ਨਹੀਂ ਜੀ, ਆਲਾ ਸ਼ਰੇਆਮ ਰੁਲੀ ਜਾਂਦਾ ਕਿਸਾਨ ਤਾਂ। ਆ ਹੁਣ ਮੰਤਰੀ ਸੀ ਜਿਹੜੇ ਕਹਿੰਦੇ ਸੀ ਵੀ ਚਿੰਤਾ ਨਾ ਕਰੋ, ਹੈ ਜੀ, ਫੂਡ ਐਂਡ ਸਿਵਲ ਸਪਲਾਈ ਮੰਤਰੀ, ਕਿੱਡੀ ਵੱਡੀ ਉਹਨਾਂ 'ਤੇ ਜ਼ਿੰਮੇਵਾਰੀ ਹੈ। 130 ਲੱਖ ਮੀਟ੍ਰਿਕ ਟਨ ਕਣਕ, ਆ ਉੱਤੋਂ ਮੌਸਮ ਖਰਾਬ ਹੈ, ਕਦੀ ਮੀਂਹ ਆ ਜਾਂਦਾ। ਦੇਖੋ ਮੈਂ ਤਾਂ ਬਿਮਾਰ ਸੀ, ਘਰੇ ਪਿਆ ਦੇਖਦਾ ਸੀ ਟੀਵੀ 'ਚ, ਆ ਮੀਂਹ ਆ ਜਾਂਦਾ ਸੀ, ਕਣਕ ਖਰਾਬ ਹੋ ਜਾਂਦੀ ਸੀ, ਹੈ ਗਗਨ ਜੀ। ਸੋ ਹੁਣ ਕਿੱਥੇ ਗਏ ਜਿਹੜੇ ਲਗਾਤਾਰ ਇਹ ਕਹੀ ਜਾਂਦੇ ਸੀ? ਹੁਣ ਕਿਸਾਨ ਦੇਖੋ, ਮੈਂ ਬੜਾ ਹੈਰਾਨ ਹੁੰਨਾ, ਆ ਹੁਣ ਕਿਸਾਨ ਅੰਦੋਲਨ ਵਾਲੇ ਕਿੱਥੇ ਗਏ? ਕਿਸਾਨ ਮੋਰਚੇ ਵਾਲੇ, ਆ ਕਿਸਾਨ ਮੋਰਚੇ ਵਾਲਿਆਂ ਦਾ ਮੈਨੂੰ ਕੋਈ ਬਿਆਨ ਨਹੀਂ ਦਿਖਦਾ। ਵੀ ਇੱਕ ਵਾਰੀ ਕੈਪਟਨ ਸਾਹਿਬ ਨੂੰ ਹੀ ਪੁੱਛ ਲਓ, ਭਾਈ ਕਿਸਾਨ ਮੋਰਚੇ ਵਾਲਿਓ, ਜਾਂ ਤੁਸੀਂ ਸਾਰਾ ਜ਼ੋਰ ਬੀਜੇਪੀ ਤੇ ਲਾਉਣਾ ਹੈ ਜੀ? ਇਹਨਾਂ ਨੇ ਵੀ ਮੈਨੂੰ ਲੱਗਦਾ ਕੁਝ ਚੋਣਾਂ ਲੜਨ ਦਾ ਪ੍ਰਬੰਧ ਕਰਨਗੇ, ਕਰ ਲੈਣਾ ਚਾਹੀਦਾ। ਚਲੋ ਪੋਲੀਟੀਕਲ ਪਾਰਟੀ ਬਣਾ ਲੈਣ, ਜਾਂ ਤਾਂ ਇਹ ਹੋਣਾ ਨਾ ਵੀ ਕਿਸੇ ਪਾਰਟੀ ਤੋਂ ਨਜ਼ਰ ਨਾ ਹੋਵੇ ਵੀ ਇਸ ਪਾਰਟੀ ਦੀ ਟਿਕਟ ਲੈ ਲਈਏ, ਇਸ ਪਾਰਟੀ ਦੀ ਟਿਕਟ ਲੈ ਲਈਏ। ਕਿਉਂਕਿ ਸਾਡੇ ਚੋਣਾਂ ਲੜਨ ਦਾ ਰਿਵਾਜ ਵੀ ਬਹੁਤ ਹੈ। ਜਦੋਂ ਬਹੁਤ ਸਾਰੇ ਲੀਡਰਾਂ ਨੂੰ ਲੱਗਦਾ ਵੀ ਹੋਰ ਕੁਝ ਨਹੀਂ ਬਣਦਾ, ਕਹਿੰਦੇ ਚਲੋ ਇਸ ਪਾਰਟੀ ਦੀ ਸਰਕਾਰ ਆਉਂਦੀ ਲੱਗਦੀ ਹੈ, ਇਹਦੀ ਟਿਕਟ ਹੀ ਲੈ ਲਓ। ਇਹ ਵੀ ਰਿਵਾਜ ਹੈ ਸਾਡੇ। ਜਾਂ ਤਾਂ ਕਿਸਾਨ ਮੋਰਚੇ ਵਾਲੇ ਹੁਣ ਤੱਕ ਪਾਰਟੀ ਬਣਾ ਲੈਂਦੇ, ਹੁਣ ਪਾਰਟੀ ਬਣਾਉਂਦੇ, ਉਹਦਾ ਕੀ ਹਾਲ ਹੋਣਾ ਮੈਨੂੰ ਉਹ ਵੀ ਨਹੀਂ ਪਤਾ। ਕਿਉਂਕਿ ਹੁਣ ਕਿਸਾਨ ਵੀ ਬੜੇ ਨਾਰਾਜ਼ ਨੇ, ਕਿਸਾਨ ਮੋਰਚੇ ਤੋਂ ਵੀ ਨਾਰਾਜ਼ ਨੇ ਕਿਸਾਨ, ਉਹਨਾਂ ਦੇ ਆਗੂਆਂ ਤੋਂ। ਆ ਤੁਸੀਂ ਦੇਖੋ ਨਾ ਮੰਡੀਆਂ 'ਚ ਕਿਵੇਂ ਕਿਸਾਨ ਰੁਲ ਰਿਹਾ ਜੀ। ਇਹ ਤੁਸੀਂ ਸੋਚਿਆ ਸੀ ਗਗਨ ਕਿਸੇ ਨੇ ਵੀ ਆਹ ਹਾਲ ਹੋਊਗਾ ਪੰਜਾਬ ਦੀਆਂ ਮੰਡੀਆਂ 'ਚ ਕਣਕ ਦਾ? ਸੋ ਬੇਸਿਕਲੀ ਕੀ ਹੈ ਕਿ ਸਾਡੀਆਂ ਸੂਬੇ ਦੀਆਂ ਸਰਕਾਰਾਂ ਆਪ ਕੋਈ ਤਿਆਰੀ ਨਹੀਂ ਕਰਦੀਆਂ। ਇਹ ਕਹਿੰਦੇ ਜੀ ਬਸ ਕੇਂਦਰ ਨੇ ਕਹਿਤਾ, ਹੁਣ ਕੇਂਦਰ ਵਾਲੇ ਚੱਕ ਕੇ ਲੈ ਜਾਣ ਕਣਕ। ਤੇ ਪਹਿਲਾਂ ਤਿਆਰੀ ਕੀਤੀ ਹੁੰਦੀ ਤੇ ਅੱਜ ਘੱਟੋ ਘੱਟ ਕਿਸਾਨ ਰੁਲਦਾ ਨਾ। ਮੈਂ ਤਾਂ ਬੜਾ ਇਸ ਗੱਲ ਨੂੰ ਲੈ ਕੇ ਹੈਰਾਨ ਹੁੰਨਾ। ਪਤਾ ਨਹੀਂ ਆਉਂਦੇ ਦਿਨਾਂ 'ਚ ਕੀ ਬਣਨਾ ਹਜੇ ਕਣਕ ਦਾ ਗਗਨ, ਹਜੇ ਕੋਈ ਸਥਿਤੀ ਸਪਸ਼ਟ ਨਹੀਂ ਹੋ ਰਹੀ। ਬਿਲਕੁਲ। ਸੋ ਪੰਜਾਬ ਦੇ ਵਿੱਚ ਖੇਮਕਰਨ ਇਲਾਕੇ ਦੇ ਵਿੱਚ ਕਿਸਾਨ 2 ਦਿਨ ਤੋਂ ਬੀਤੇ ਦਿਨ ਤੋਂ ਭੁੱਖ ਹੜਤਾਲ ਤੇ ਵੀ ਰਹੇ ਨੇ। ਹਾਲਾਂਕਿ ਐਸਡੀਐਮ ਦੇ ਵੱਲੋਂ ਜਿਹੜਾ ਦੁਬਾਰਾ ਉਹਨਾਂ ਦੇ ਨਾਲ ਗੱਲਬਾਤ ਕਰਕੇ ਭੁੱਖ ਹੜਤਾਲ ਖਤਮ ਜ਼ਰੂਰ ਕਰਵਾਈ ਗਈ ਹੈ। ਪਰ ਡੱਲਾ ਸਾਹਿਬ, ਇਸ ਦੇ ਨਾਲ ਹੀ ਜੇਕਰ ਹੁਣ ਪੰਜਾਬ ਦੀ ਸਿਆਸਤ ਦੇ ਵੱਲ ਵਧੀਏ, ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਪਾਸੇ ਕਿਸਾਨੀ ਅੰਦੋਲਨ ਹੈ, ਦੂਜੇ ਪਾਸੇ ਪੰਜਾਬ ਸਰਕਾਰ ਦੇ ਆਪਣੀ ਹੀ
ਉਸ ਦੇ ਖਿਲਾਫ ਹੁੰਦੇ ਜਾ ਰਹੇ ਨੇ। ਕਦੇ ਰਵਨੀਤ ਬਿੱਟੂ ਦਾ ਬਿਆਨ ਆ ਜਾਂਦਾ ਹੈ, ਨਵਜੋਤ ਸਿੰਘ ਸਿੱਧੂ ਪ੍ਰੈਸ ਕਾਨਫਰੰਸ ਕਰ ਦਿੰਦੇ ਨੇ। ਹੁਣ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਮੀਡੀਆ ਨੂੰ ਸੰਬੋਧਨ ਕਰਦੇ ਨੇ, ਉਹ ਵੱਡੀ ਗੱਲ ਆਖ ਜਾਂਦੇ ਨੇ। ਕਿੱਦਾਂ ਵੇਖ ਰਹੇ ਹੁਣ ਜਿਹੜਾ ਕਾਂਗਰਸ ਦੇ ਆਪਣੇ ਘਰ ਦੇ ਵਿੱਚ ਖਲਾਰਾ ਪੈਂਦਾ ਨਜ਼ਰ ਆ ਰਿਹਾ? ਨਹੀਂ, ਹਜੇ ਪੈਣਾ ਹੈ ਗਗਨ, ਮੈਨੂੰ ਲੱਗਦਾ ਹਜੇ। ਦੇਖੋ, ਜਿਵੇਂ ਜਿਵੇਂ ਚੋਣਾਂ ਨੇੜੇ ਆਉਣਗੀਆਂ ਨਾ, ਉਹਦਾ ਕਾਰਨ ਕੀ ਹੈ ਨਾ, ਕਾਂਗਰਸ ਦੇ ਵਿੱਚ ਕਈ ਤਰ੍ਹਾਂ ਦੇ ਮੈਨੂੰ ਲੱਗਦਾ ਧੜੇ ਬਣ ਗਏ। ਉਹਦਾ ਕਾਰਨ ਕੀ ਹੈ? ਇੱਕ ਤਾਂ ਸੋਨੀਆ ਗਾਂਧੀ, ਰਾਹੁਲ ਗਾਂਧੀ ਕਾਂਗਰਸ ਨੂੰ ਉਸ ਤਰੀਕੇ ਨਾਲ ਅਗਵਾਈ ਦੇ ਨਹੀਂ ਪਾ ਰਹੇ ਜਿਵੇਂ ਅਗਵਾਈ ਇਹਨਾਂ ਨੂੰ ਦੇਣੀ ਚਾਹੀਦੀ ਸੀ। ਦੇਖੋ, ਇੱਕ ਪਾਸੇ ਅਮਿਤ ਸ਼ਾਹ ਹੈ, ਇੱਕ ਪਾਸੇ ਨਰਿੰਦਰ ਮੋਦੀ ਨੇ, ਇੱਕ ਪਾਸੇ ਇਹਨਾਂ ਦੇ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਨੱਡਾ ਸਾਹਿਬ। ਤੁਸੀਂ ਦੇਖੋ ਬੀਜੇਪੀ ਵਾਲੇ ਕਿਵੇਂ ਅਗਵਾਈ ਦੇ ਰਹੇ ਨੇ, ਕਾਂਗਰਸ ਵਾਲੇ ਤੁਹਾਨੂੰ ਅਗਵਾਈ ਦਿੰਦੇ ਦਿਖਦੇ ਨੇ। ਪੱਛਮੀ ਬੰਗਾਲ 'ਚ ਦੇਖਿਆ ਤੁਸੀਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਰੈਲੀਆਂ ਨੂੰ ਸੰਬੋਧਨ ਕਰੀ ਜਾਂਦੇ ਹੁਣ। ਬਿਲਕੁਲ ਹੈ ਜੀ। ਸੋ ਰੈਲੀਆਂ ਕਰੀ ਜਾਂਦੇ ਨੇ, ਭਾਵੇਂ ਨਹੀਂ ਕਰਨੀਆਂ ਚਾਹੀਦੀਆਂ ਸੀ ਉਹਨਾਂ ਨੂੰ ਵੀ, ਭਾਵੇਂ ਬੀਜੇਪੀ ਵਾਲਿਆਂ ਨੂੰ ਵੀ ਨਹੀਂ ਸੀ ਕਰਨੀਆਂ ਚਾਹੀਦੀਆਂ। ਮੁਲਕ 'ਚ ਕੋਵਿਡ ਦੀ ਸਥਿਤੀ ਐਡੀ ਖਤਰਨਾਕ ਹੈ, ਪਰ ਮੈਂ ਕਈ ਵਾਰੀ ਇਹ ਵੀ ਬੜਾ ਹੈਰਾਨ ਹੁੰਦਾ ਸੋਚ ਕੇ ਕਿ ਮੁਲਕ 'ਚ ਲੋਕ ਕੋਵਿਡ ਕਰਕੇ ਮਰ ਰਹੇ ਨੇ, ਲੋਕਾਂ ਨੂੰ ਹਸਪਤਾਲਾਂ 'ਚ ਆਕਸੀਜਨ ਨਹੀਂ ਮਿਲ ਰਹੀ, ਤੇ ਸਾਡੇ ਲੀਡਰ ਰੈਲੀਆਂ ਕਰੀ ਜਾਂਦੇ ਨੇ। ਔਰ ਕਿਸੇ ਲੀਡਰ ਨੇ ਰੈਲੀ 'ਚ ਜਾ ਕੇ ਸਹੁੰ ਨਹੀਂ ਪਵਾਈ ਵੀ ਮੂੰਹ ਤੇ ਮਾਸਕ ਲਾਓ, ਅਸੀਂ ਤਾਂ ਬੋਲਾਂਗੇ। ਜੀ, ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਤਾਂ ਕਹਿਣਾ ਚਾਹੀਦਾ ਨਾ। ਥਾਲੀ ਕਿਹਾ ਸੀ ਪ੍ਰਧਾਨ ਮੰਤਰੀ ਸਾਹਿਬ ਨੇ, ਅਸੀਂ ਸਾਰਿਆਂ ਨੇ ਵਜਾ ਲਈ ਸੀ। ਹੁਣ ਪ੍ਰਧਾਨ ਮੰਤਰੀ ਸਾਹਿਬ ਜਦੋਂ ਪੱਛਮੀ ਬੰਗਾਲ 'ਚ ਵੀ ਜਾਂਦੇ ਨੇ, ਉੱਥੇ ਮੰਚ ਤੇ ਕਹਿ ਦੇਣ ਵੀ ਭਾਈ ਤੁਸੀਂ 50,000 ਲੱਖ ਲੋਕ ਜਿੰਨੇ ਹੈਗੇ ਹੋ ਪਹਿਲਾਂ ਮਾਸਕ ਲਾ ਲਓ ਆਪਣੇ ਮੂੰਹਾਂ ਤੇ, ਮੈਂ ਫਿਰ ਭਾਸ਼ਣ ਕਰੂੰਗਾ। ਪ੍ਰਧਾਨ ਮੰਤਰੀ ਸਾਹਿਬ ਵੀ ਨਹੀਂ ਬੋਲ ਰਹੇ। ਸੋ ਇਸ ਕਰਕੇ ਹੁਣ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਤਾਂ ਲੜਾਈ ਸ਼ੁਰੂ ਹੋਈ ਸੀ ਕੋਵਿਡ ਦੇ ਖਿਲਾਫ, ਹੈ ਜੀ। ਉਹ ਮੈਨੂੰ ਲੱਗਦਾ ਪ੍ਰਧਾਨ ਮੰਤਰੀ ਸਾਹਿਬ ਦਾ ਸਾਰਾ ਧਿਆਨ ਹੁਣ ਪੱਛਮੀ ਬੰਗਾਲ ਵਾਲੇ ਪਾਸੇ ਮਮਤਾ ਬਨਰਜੀ ਤੇ ਲੱਗ ਗਿਆ। ਔਰ ਜਦੋਂ ਪੱਛਮੀ ਬੰਗਾਲ ਦੀਆਂ ਚੋਣਾਂ ਖਤਮ ਹੋ ਗਈਆਂ ਨਾ, ਇਹ ਵੀ ਹੋ ਸਕਦਾ ਹੁਣ ਸੰਗ ਮੰਨ ਰਹੇ ਹੋਣ ਵੀ ਹੁਣ ਖਲਾਰਾ ਜ਼ਿਆਦਾ ਪੈ ਗਿਆ, ਵੀ ਚਲੋ ਚੋਣਾਂ ਤੋਂ ਬਾਅਦ ਕੁਝ ਕਰਾਂਗੇ। ਹੁਣ ਤੁਸੀਂ ਮੈਂ ਦਿੱਲੀ 'ਚ ਦੇਖਦਾ ਸੀ ਅਰਵਿੰਦ ਕੇਜਰੀਵਾਲ, ਦੇਖੋ ਆ 21 ਮਾਰਚ ਨੂੰ ਦਿੱਲੀ 'ਚ ਅਰਵਿੰਦ ਕੇਜਰੀਵਾਲ 21 ਮਾਰਚ ਨੂੰ ਪੰਜਾਬ 'ਚ ਰੈਲੀ ਕਰਕੇ ਗਿਆ। ਉਦੋਂ ਵੀ ਲੋਕ ਪੋਜ਼ਿਟਿਵ ਸੀ ਪੰਜਾਬ 'ਚ। ਹੁਣ ਦਿੱਲੀ 'ਚ ਆ 2 ਦਿਨ ਦਾ ਕਰਫਿਊ ਲਾਤਾ। ਜਦੋਂ ਦਿੱਲੀ 'ਚ ਕੇਸ ਵਧੇ ਤੇ ਅਰਵਿੰਦ ਕੇਜਰੀਵਾਲ ਨੂੰ ਚੀਸਾਂ ਪਈਆਂ, ਦੇਖੋ, ਹੈ ਜੀ। ਜਦੋਂ ਪੰਜਾਬ 'ਚ ਰੈਲੀ ਕਰਕੇ ਗਿਆ ਸੀ ਅਰਵਿੰਦ ਕੇਜਰੀਵਾਲ, ਉਦੋਂ ਵੀ ਸੋਚਦਾ ਵੀ ਪੰਜਾਬ 'ਚ ਵੀ ਲੋਕ ਮਰ ਰਹੇ ਨੇ, ਬਿਮਾਰ ਹੋ ਰਹੇ ਨੇ, ਤੇ ਉਦੋਂ ਤੁਸੀਂ ਅਰਵਿੰਦ ਕੇਜਰੀਵਾਲ ਐਡੀ ਭੀੜ ਪਾਈ ਜਾਂਦੇ ਹੋ ਇੱਥੇ ਆ ਕੇ, ਕਿਸਾਨਾਂ ਦੇ ਨਾਂ ਤੇ ਰੈਲੀ ਕਰ ਲਈ। ਜੀ, ਸੋ ਇਸ ਕਰਕੇ ਜਿਹੜਾ ਇਹ ਪੋਲੀਟੀਕਲ ਸਿਸਟਮ ਹੈ ਨਾ ਗਗਨ, ਇਹ ਪੋਲੀਟੀਕਲ ਸਿਸਟਮ ਸਾਡਾ ਖਰਾਬ ਹੋ ਗਿਆ। ਮੈਨੂੰ ਸਮਝ ਨਹੀਂ ਆਉਂਦਾ ਕਿ ਹੁਣ ਸੁਪਰੀਮ ਕੋਰਟ ਜਾਂ ਤਾਂ ਸਾਰੇ ਮੁਲਕ 'ਚ ਰੈਲੀਆਂ ਤੇ ਰੋਕ ਲਾ ਦੇ। ਦੇਖੋ, ਆਮ ਲੋਕਾਂ ਦੇ ਕਹਿੰਦੇ ਚਲਾਨ ਕੱਟੀ ਜਾਂਦੇ ਨੇ ਦਿੱਲੀ 'ਚ। ਹੁਣ ਆ ਗੁਜਰਾਤ ਵਾਲੇ ਕਹਿੰਦੇ ਕੁੰਭ 'ਚੋਂ ਜਿਹੜਾ ਆਊਗਾ ਉਹਦਾ ਹੁਣ ਟੈਸਟ ਕਰਾਂਗੇ ਅਸੀਂ। ਜੀ, ਆ ਰੈਲੀਆਂ ਵਾਲਿਆਂ ਦੇ ਵੀ ਕਰ ਲਓ ਟੈਸਟ, ਕਹੋ ਵੀ ਜਿਹੜਾ ਰੈਲੀ ਜਾਊਗਾ ਉਹਨੂੰ ਅਸੀਂ ਟੈਸਟ ਕਰਕੇ ਅੰਦਰ ਬਾੜਾਂਗੇ ਰੈਲੀ ਦੇ। ਉੱਥੇ ਡਰਦੇ ਆ ਵੀ ਸਾਡੀ ਵੋਟ ਟੁੱਟ ਜਾਣੀ ਹੈ। ਬਿਲਕੁਲ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਜਿਹੜਾ ਸਾਡੇ ਮੁਲਕ 'ਚ ਕੋਵਿਡ ਫੈਲਿਆ ਨਾ, ਉਹ ਸਾਡੇ ਪੋਲੀਟੀਕਲ ਸਿਸਟਮ ਦੀ ਨਾਕਾਮਯਾਬੀ ਕਰਕੇ ਫੈਲਿਆ। ਔਰ ਸੁਪਰੀਮ ਕੋਰਟ ਨੂੰ ਕੋਈ ਹੁਕਮ ਦੇਣਾ ਚਾਹੀਦਾ। ਮੈਂ ਹੈਰਾਨ ਹਾਂ ਸੁਪਰੀਮ ਕੋਰਟ ਦੇ ਜੱਜਾਂ ਤੇ। ਸੁਪਰੀਮ ਕੋਰਟ ਦੇ ਜੱਜਾਂ ਨੂੰ ਤੁਰੰਤ ਮੁਲਕ 'ਚ ਆਪ ਨੋਟਿਸ ਲੈ ਕੇ ਰੋਕ ਲਾ ਦੇਣੀ ਚਾਹੀਦੀ ਹੈ ਵੀ ਕੋਈ ਪੋਲੀਟੀਕਲ ਰੈਲੀ ਨਹੀਂ ਹੋਊਗੀ। ਜੀ, ਆ ਪੰਜਾਬ 'ਚ ਵੀ ਦੇਖੋ ਅਕਾਲੀ ਕਿਵੇਂ ਰੈਲੀਆਂ ਕਰੀ ਜਾਂਦੇ ਸੀ। ਆ ਸੁਖਬੀਰ ਭਾਵੇਂ ਪੋਜ਼ਿਟਿਵ ਹੋ ਕੇ ਦੁਬਾਰਾ ਨੈਗੇਟਿਵ ਹੋ ਗਿਆ, ਫਿਰ ਰੈਲੀਆਂ ਕਰਨ ਲੱਗ ਗਿਆ ਬਾਅਦ 'ਚ। ਸੋ ਫਰਕ ਤਾਂ ਰੱਖਣਾ ਚਾਹੀਦਾ। ਸੋ ਫਰਕ ਤਾਂ ਰੱਖਣਾ ਚਾਹੀਦਾ। ਇਸ ਰੂਪ ਦੇ ਵਿੱਚ ਪੋਲੀਟੀਕਲ ਸਿਸਟਮ ਨੂੰ ਖਿਆਲ ਰੱਖਣਾ ਚਾਹੀਦਾ ਕਿ ਅਜਿਹਾ ਨਾ ਕੀਤਾ ਜਾਵੇ। ਔਰ ਦੂਸਰਾ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕਾਂਗਰਸ ਦੇ ਆਪਸ 'ਚ ਮਨ ਮਿਟਾ ਦੀ, ਕਾਂਗਰਸ 'ਚ ਆਪਣੇ ਮਨ ਮਿਟਾ ਦੀ। ਦੇਖੋ, ਜਿਹੜਾ ਕਾਂਗਰਸ ਦਾ ਮਨ ਮਿਟਾ ਹੈ ਉਹ ਜਿਵੇਂ ਜਿਵੇਂ ਚੋਣਾਂ ਨੇੜੇ ਆਣਗੀਆਂ ਗਗਨ ਹੋਰ ਦਿਖੂਗਾ। ਪਹਿਲਾਂ ਤਾਂ ਸਿੱਧੂ ਬੋਲ ਰਿਹਾ, ਚਲੋ ਸਿੱਧੂ ਤਾਂ ਬੋਲ ਹੀ ਰਿਹਾ, ਰਵਨੀਤ ਬਿੱਟੂ ਵੀ ਬੋਲਣ ਲੱਗ ਗਿਆ। ਰਵਨੀਤ ਬਿੱਟੂ ਹੁਣ ਓਪੋਜੀਸ਼ਨ ਦਾ ਮੇਰਾ ਖਿਆਲ ਲੀਡਰ ਬਣਾਤਾ ਕਾਂਗਰਸ ਨੇ, ਤੇ ਰਵਨੀਤ ਬਿੱਟੂ ਹੋਰ ਸਰਗਰਮ ਹੋ ਗਿਆ। ਰਵਨੀਤ ਬਿੱਟੂ ਵੀ ਪੰਜਾਬ ਦੀ ਸਰਕਾਰ ਤੇ ਖੁੱਲ੍ਹ ਕੇ ਸਵਾਲ ਚੱਕ ਰਿਹਾ। ਹੋਰ ਕਿਵੇਂ ਸਵਾਲ ਚੱਕਿਓ? ਮੈਂ ਦੇਖ ਰਿਹਾ ਸੀ ਇੱਕ ਬੀਬੀ ਨਾਲ ਇੰਟਰਵਿਊ ਦਿੱਤੀ ਉਹਨੇ, ਜੀ, ਖੁੱਲ੍ਹ ਕੇ ਹੀ ਉਹਨੇ ਤਾਂ ਗੱਲ ਸਵਾਲ ਖੜੇ ਕਰਤੇ ਵੀ ਕਿਵੇਂ ਜਾਵਾਂਗੇ ਲੋਕਾਂ 'ਚ ਪੰਜਾਬ 'ਚ। ਔਰ ਗੱਲ ਵੀ ਸਹੀ ਹੈ, ਹੈ ਜੀ। ਜੀ, ਤੁਸੀਂ ਐਡੇ ਅਸਮਾਨ ਜਿੱਡੇ ਵਾਅਦੇ ਕਰਕੇ ਅਗਰ ਪੂਰੇ ਨਹੀਂ ਕਰੋਗੇ ਤੇ ਲੋਕ ਤਾਂ ਪੁੱਛਣਗੇ। ਔਰ ਐਤਕੀ ਜਦੋਂ ਕਾਂਗਰਸੀ ਵੋਟਾਂ ਮੰਗਣ ਆਉਣਗੇ ਗਗਨ, ਜੀ, ਲੋਕਾਂ ਨੇ 25 ਸਵਾਲ ਕਰਿਆ ਕਰਨੇ, ਔਰ ਲੋਕ ਕਾਗਜ਼ ਤੇ ਲਿਖ ਕੇ ਸਵਾਲ ਲੈ ਕੇ ਆਇਆ ਕਰਨਗੇ। ਇਕੱਲੇ ਕਾਂਗਰਸ ਤੋਂ ਨਹੀਂ, ਆਪ ਵਾਲਿਆਂ ਤੋਂ ਵੀ ਪੁੱਛਣਗੇ, ਅਕਾਲੀ ਦਲ ਵਾਲਿਆਂ ਤੋਂ ਵੀ ਪੁੱਛਣਗੇ, ਕਿਉਂਕਿ ਵਾਰੀ ਸਾਰਿਆਂ ਨੇ ਰਾਜ ਕੀਤਾ। ਜੀ, ਸੋ ਇਸ ਕਰਕੇ ਇਸ ਵਾਰ ਜਿਹੜੀਆਂ ਚੋਣਾਂ ਨੇ ਨਾ ਉਵੇਂ ਨਹੀਂ ਹੋਣੀਆਂ ਜਿਵੇਂ ਪਹਿਲਾਂ ਹੋ ਜਾਂਦੀਆਂ ਸੀ ਚੋਣਾਂ। ਇਸ ਵਾਰ ਚੋਣਾਂ ਲੋਕ ਇੱਕ ਸਵਾਲ ਪੁੱਛਣਗੇ ਵੀ ਦੱਸੋ ਤੁਸੀਂ ਤਾਂ ਆਹ ਕਹਿੰਦੇ ਸੀ ਜੀ, ਹਿਸਾਬ ਮੰਗਣਗੇ ਲੋਕ। ਢਿੱਲੋਂ ਸਾਹਿਬ, ਜਿਸ ਤਰ੍ਹਾਂ ਰਵਨੀਤ ਬਿੱਟੂ ਹੁਣਾਂ ਦੇ ਜਿਸ ਇੰਟਰਵਿਊ ਤੁਸੀਂ ਜ਼ਿਕਰ ਕੀਤਾ, ਉਹਦੇ 'ਚ ਉਹਨਾਂ ਨੇ ਇੱਕ ਪ੍ਰਸ਼ਾਂਤ ਕਿਸ਼ੋਰ ਦਾ ਜ਼ਿਕਰ ਕੀਤਾ। ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਸੀ ਪੰਜਾਬ ਦੇ ਵਿੱਚ ਲੋਕਾਂ ਦੇ ਸਾਹਮਣੇ ਕਿੱਦਾਂ ਜਾਣਾ, ਇਹ ਪ੍ਰਸ਼ਾਂਤ ਕਿਸ਼ੋਰ ਦੱਸਣਗੇ। ਕੀ ਲੱਗਦਾ ਹੈ ਕਿ ਹੁਣ ਪੰਜਾਬ ਦੀ ਸਿਆਸਤ ਹੁਣ ਇੱਕ ਵਾਰ ਫਿਰ ਤੋਂ ਪ੍ਰਸ਼ਾਂਤ ਕਿਸ਼ੋਰ ਤੋਂ ਨਵੇਂ ਕੰਟੈਂਟ ਲਏਗੀ, ਨਵਾਂ ਕੰਟੈਂਟ ਲੈ ਕੇ? ਫਿਰ ਦੇਖੋ, ਪਹਿਲਾਂ ਤਾਂ ਮੈਂ ਦੱਸਦਾ ਵੀ ਪ੍ਰਸ਼ਾਂਤ ਕਿਸ਼ੋਰ ਦੇ ਆਉਣ ਨਾਲ ਬਹੁਤ ਸਾਰੇ ਕਾਂਗਰਸੀ ਲੀਡਰ ਨਾਖੁਸ਼ ਨੇ।
ਜੀ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਭਾਵੇਂ ਖੁਸ਼ ਹੈ ਗਗਨ, ਪਰ ਬਹੁਤ ਸਾਰੇ ਲੀਡਰ ਪੰਜਾਬ ਦੇ ਨਾ ਖੁਸ਼ ਨੇ ਪ੍ਰਸ਼ਾਂਤ ਕਿਸ਼ੋਰ ਦੇ ਆਉਣ ਨਾਲ। ਹੁਣ ਪ੍ਰਸ਼ਾਂਤ ਕਿਸ਼ੋਰ ਬੇਸਿਕਲੀ ਉਹਦਾ ਕੰਮ ਕੀ ਹੈ? ਉਹਦਾ ਕੰਮ ਹੈ ਸੁਪਨੇ ਵਿਖਾਉਣਾ। ਸੁਪਨਾ ਵਿਖਾਇਆ ਸੀ ਨਾ ਵੀ ਕਿਸ਼ਤਾਂ ਨਾ ਭਰੀਓ, ਵੀ ਕੈਪਟਨ ਸਾਹਿਬ ਆ ਰਹੇ ਨੇ, ਤੁਹਾਡੀਆਂ ਕਿਸ਼ਤਾਂ ਆਪ ਹੀ ਮਾਫ ਹੋ ਜਾਣਗੀਆਂ। ਜੀ ਫਿਰ ਕਹਿੰਦੇ ਵਾ ਘਰ ਘਰ ਨੌਕਰੀ ਹੈ ਜੀ। ਕਿੰਨੇ ਸੁਪਨੇ ਦਿਖਾਏ ਨੌਜਵਾਨਾਂ ਨੂੰ, ਸਮਾਰਟਫੋਨ, ਕਿੰਨੇ ਵਿਚਾਰੇ ਨੌਜਵਾਨ ਪੜ੍ਹ ਗਏ, ਕਾਲਜ ਪੜ੍ਹ ਕੇ ਵੀ ਪਾਰ ਕਰ ਗਏ, ਨੌਕਰੀਆਂ ਮੋਬਾਈਲ ਉਡੀਕਦੇ। ਹੁਣ ਜ਼ਰੂਰ ਮੋਬਾਈਲ ਥੋੜੇ ਜਿਹੇ ਦਿੱਤੇ ਇਹਨਾਂ ਨੇ ਕੈਪਟਨ ਦੀ ਫੋਟੋ ਵਾਲੇ, ਉਹ ਦੇਖਣ ਨੂੰ ਸੋਹਣੇ ਲੱਗਦੇ, ਚਲਾਇਆ ਤਾਂ ਨਹੀਂ ਮੈਂ ਦੂਰੋਂ ਹੀ ਦੇਖਿਆ। ਤੇ ਇਸੇ ਤਰ੍ਹਾਂ ਹੁਣ ਜਿਹੜੇ ਵਾਅਦੇ ਸੀ, ਹੁਣ ਫਿਰ ਕੋਈ ਨਵਾਂ ਫਾਰਮੂਲਾ ਕੱਢ ਕੇ ਲਿਆਓ। ਪਿਛਲੀ ਵਾਰੀ ਤਾਂ ਫਾਰਮ ਭਰਵਾ ਲਏ ਸੀ, ਬੇਰੁਜ਼ਗਾਰਾਂ ਤੋਂ ਵੀ ਭਰਵਾ ਲਏ ਸੀ, ਉਹ ਮੁੰਡਿਆਂ ਨੇ ਕੱਢ ਲੈਣੇ ਐਤਕੀ ਬੇਰੁਜ਼ਗਾਰਾਂ ਨੇ। ਜਦੋਂ ਕਾਂਗਰਸੀ ਲੀਡਰ ਜਾਇਆ ਕਰਨਾ ਕੋਈ ਚੋਣਾਂ 'ਚ ਪ੍ਰਚਾਰ ਕਰਨ, ਉਹ ਕੱਢ ਲੈਣੇ ਉਹਨਾਂ ਨੇ ਪੋਸਟਰ ਬਣਾ ਕੇ ਨਾ ਲਾ ਦੇਣ ਪੰਜਾਬ 'ਚ ਥਾਂ ਅੱਜ ਕੱਲ੍ਹ ਰਿਵਾਜ ਹੈ ਨਾ ਜੀ। ਦੇਖੋ ਮੈਨੂੰ ਕੇਜਰੀਵਾਲ ਨੇ ਮਾਫੀ ਮੰਗੀ ਮਜੀਠੀਏ ਤੋਂ, ਉਹਦੇ ਵੀ ਪੋਸਟਰ ਲੱਗ ਸਕਦੇ ਆ ਜੀ। ਕੈਪਟਨ ਅਮਰਿੰਦਰ ਦੇ ਜਿਹੜੇ ਫਾਰਮ ਭਰਵਾਏ ਸੀ ਉਹਨਾਂ ਦੇ ਵੀ ਪੋਸਟਰ ਲੱਗ ਸਕਦੇ ਆ, ਅਖਬਾਰਾਂ 'ਚ ਇਸ਼ਤਿਹਾਰ ਛਪ ਸਕਦੇ ਆ, ਔਰ ਲੋਕਾਂ ਨੂੰ ਸਭ ਕੁਝ ਚੇਤੇ ਆ ਜਾਣਾ। ਹੁਣ ਪ੍ਰਸ਼ਾਂਤ ਕਿਸ਼ੋਰ ਨੂੰ ਕੋਈ ਨਵਾਂ ਫਾਰਮੂਲਾ ਲੱਭਣਾ ਪੈਣਾ। ਇੱਕ ਇੰਟਰਵਿਊ 'ਚ ਪ੍ਰਸ਼ਾਂਤ ਕਿਸ਼ੋਰ ਦੀ ਗੱਲ ਵੀ ਸੁਣ ਰਿਹਾ ਸੀ, ਕਹਿੰਦੇ ਵੀ ਜੇ ਪੱਛਮੀ ਬੰਗਾਲ 'ਚ ਮਮਤਾ ਬਨਰਜੀ ਹਾਰ ਗਈ ਮੈਂ ਸਿਆਸਤ ਛੱਡ ਦੂੰ। ਜੀ ਚਲੋ ਹੁਣ ਉਹ ਮਮਤਾ ਬਨਰਜੀ ਖੈਰ ਐਡੀ ਛੇਤੀ ਤਾਂ ਹਾਰਦੀ ਨਹੀਂ, ਉਹ ਤਾਂ ਪਤਾ ਹੀ ਹੈ ਸਾਰਿਆਂ ਨੂੰ। ਮਮਤਾ ਡੱਲਾ ਸਾਹਿਬ ਜੇ ਕਿਤੇ ਉਧਰ ਅਜਿਹਾ ਕੁਝ ਹੋ ਜਾਂਦਾ ਹੈ ਤੇ ਪ੍ਰਸ਼ਾਂਤ ਕਿਸ਼ੋਰ ਨੂੰ ਸਿਆਸਤ ਛੱਡਣੀ ਪੈ ਜਾਂਦੀ ਹੈ ਤਾਂ ਨਹੀਂ, ਫਿਰ ਜੇ ਪ੍ਰਸ਼ਾਂਤ ਕਿਸ਼ੋਰ ਦੇਖੋ ਜਿਹੜੇ ਲੀਡਰ ਨੇ ਨਾ, ਕੈਪਟਨ ਅਮਰਿੰਦਰ ਸਿੰਘ ਨੇ ਕੀ ਕਿਹਾ ਸੀ ਵੀ ਮੇਰੀ ਆਖਰੀ ਚੋਣ ਹੈ। ਫਿਰ ਪ੍ਰਸ਼ਾਂਤ ਕਿਸ਼ੋਰ ਦੇਸ਼ ਹਿੱਤ 'ਚ ਕਹਿ ਦੇਣਗੇ ਵੀ ਮੈਂ ਸਿਆਸਤ ਨਹੀਂ ਛੱਡ ਸਕਦਾ, ਮੈਨੂੰ ਤਾਂ ਲੋਕ ਕਹਿੰਦੇ ਕੰਮ ਪੂਰੇ ਕਰਕੇ ਜਾਓ। ਜੀ ਇਹ ਵੀ ਕਹਿ ਸਕਦੇ ਆ ਬਾਅਦ 'ਚ ਪ੍ਰਸ਼ਾਂਤ ਕਿਸ਼ੋਰ। ਜਿਹੜੇ ਲੀਡਰ ਨੇ ਨਾ, ਜੋ ਪੋਲੀਟੀਕਲ ਲੋਕ ਨੇ, ਕਿਉਂਕਿ ਉਹ ਅੱਜ ਕੀ ਕਹਿੰਦੇ ਨੇ ਤੇ ਕੱਲ ਕੀ ਕਹਿੰਦੇ ਨੇ, ਇਹ ਕੁਝ ਨਹੀਂ ਕਹਿ ਸਕਦੇ। ਆ ਯੂ ਟਰਨ ਦੇਖੋ, ਕੇਜਰੀਵਾਲ ਨੇ ਪਹਿਲਾਂ ਕਿੰਨੇ ਮਾਰੇ। ਦਿੱਲੀ ਲਈ ਕੇਜਰੀਵਾਲ ਚੰਗਾ ਕਹਿੰਦੇ, ਦਿੱਲੀ 'ਚ ਦੇਖੋ ਕੇਜਰੀਵਾਲ ਕਿੱਡਾ ਚਿੰਤਤ ਹੈ ਕੋਵਿਡ ਨੂੰ ਲੈ ਕੇ। ਪੰਜਾਬ 'ਚ ਰੈਲੀ ਕਰ ਗਿਆ, ਦਿੱਲੀ 'ਚ ਕਹਿੰਦਾ ਇਕੱਠੇ ਨਾ ਹੋਵੋ, ਪੰਜਾਬ 'ਚ ਆਪ ਰੈਲੀ ਕਰ ਗਿਆ 21 ਮਾਰਚ ਨੂੰ। ਆ ਭੀੜ ਦੇਖ ਲਓ ਕੇਜਰੀਵਾਲ ਦੀ ਰੈਲੀ ਦੀ, ਇਹ ਤਾਂ ਵੀਡੀਓ ਪਈਆਂ ਨੇ ਨਾ। ਉਦਣ ਆંકੜੇ ਕੱਢ ਲਓ ਪੰਜਾਬ 'ਚ ਕਿੰਨੇ ਲੋਕ ਬਿਮਾਰ ਹੋਏ ਆ। 22 ਤਰੀਕ ਨੂੰ ਵੀ 2000 ਤੋਂ ਜ਼ਿਆਦਾ ਲੋਕ ਬਿਮਾਰ ਸੀ ਪੰਜਾਬ 'ਚ ਕੋਵਿਡ ਕਰਕੇ। 21 ਨੂੰ ਵੀ ਹੋਏ ਹੋਣਗੇ, 21 ਦੇ ਆંકੜੇ ਮੈਨੂੰ ਹਜੇ ਮਿਲੇ ਨਹੀਂ, ਪਰ 21 ਨੂੰ ਵੀ 500-700 ਤੋਂ ਵੱਧ ਲੋਕ ਪੰਜਾਬ 'ਚ ਬਿਮਾਰ ਹੋਏ ਹੋਣੇ ਆ ਗਗਨ, ਬਿਲਕੁਲ ਜਿਸ ਹਿਸਾਬ ਨਾਲ ਆંકੜੇ ਚੱਲ ਰਹੇ ਨੇ। ਸੋ ਇਸ ਕਰਕੇ ਜਿਹੜੇ ਲੀਡਰ ਨੇ ਆਪਣੇ ਘਰ ਨੂੰ ਥੋੜੇ ਜਿਹੇ ਜ਼ਿਆਦਾ ਸੁਚੇਤ ਹੈ। ਸੋ ਜਿਹੜੀ ਕਾਂਗਰਸ ਦੀ ਤੁਸੀਂ ਗੱਲ ਕਰ ਰਹੇ ਹੋ, ਹੁਣ ਰਵਨੀਤ ਬਿੱਟੂ ਹੋ ਗਿਆ, ਨਵਜੋਤ ਸਿੰਘ ਸਿੱਧੂ ਹੋ ਗਿਆ, ਕਈ ਧੜੇ ਨੇ ਕਾਂਗਰਸ 'ਚ। ਔਰ ਸਿੱਧੂ ਤਾਂ ਦੇਖੋ, ਸਿੱਧੂ ਤਾਂ ਸਪਸ਼ਟ ਤੌਰ ਤੇ ਆਪਣੀ ਗੱਲ ਰੱਖ ਹੀ ਰਿਹਾ। ਹੁਣ ਸਿੱਧੂ ਤਾਂ ਸਪਸ਼ਟ ਤੌਰ ਦੇ ਉੱਤੇ ਹੁਣ ਕੈਪਟਨ ਅਮਰਿੰਦਰ ਨੂੰ ਵੀ ਸਵਾਲ ਕਰ ਰਿਹਾ, ਸਿੱਧੂ ਸਿਸਟਮ ਅੱਗੇ ਵੀ ਸਵਾਲ ਚੱਕ ਰਿਹਾ, ਔਰ ਸਿੱਧੂ ਸੁਝਾਅ ਵੀ ਦੇ ਰਿਹਾ, ਇਹ 'ਚ ਕੋਈ ਦੋ ਰਾਏ ਨਹੀਂ ਹੈ। ਉਹਨਾਂ ਦੀ ਧਰਮ ਪਤਨੀ ਹੈ ਬੀਬੀ ਨਵਜੋਤ ਕੌਰ, ਦੇਖੋ ਉਹ ਪਟਿਆਲੇ 'ਚ ਪੂਰੇ ਸਰਗਰਮ ਹੋ ਗਈ। ਹੁਣ ਮੈਨੂੰ ਤਾਂ ਇਹ ਲੱਗਦਾ ਵੀ ਸਿੱਧੂ ਨੇ ਅੰਮ੍ਰਿਤਸਰ ਤੋਂ ਚੋਣ ਲੜ ਲੈਣੀ ਤੇ ਨਵਜੋਤ ਕੌਰ ਸਿੱਧੂ ਨੇ ਪਟਿਆਲੇ ਤੋਂ ਲੜ ਪੈਣੀ ਚੋਣ। ਸੋ ਇੱਕ ਨੇ ਮਾਝਾ ਸਾਂਭ ਲੈਣਾ, ਇੱਕ ਨੇ ਮਾਲਵਾ ਸਾਂਭ ਲੈਣਾ, ਇਹੀ ਸਿਆਸਤ ਕਰਦੇ ਆ ਲੋਕ। ਬਿਲਕੁਲ। ਔਰ ਨਵਜੋਤ ਕੌਰ ਨੇ ਵੀ ਦੇਖੋ ਗੱਲ ਫਿਰ ਉਹੀ ਚੱਕੀ ਜਿਹੜੀ ਪਹਿਲਾਂ ਗਾਂਧੀ ਸਾਹਿਬ ਸਾਰੇ ਲੋਕ ਇਹ ਕਰਦੇ ਰਹੇ। ਗੱਲ ਇਹ ਹੈ ਵੀ ਉਹ ਖਹਿਰਾ ਵੀ ਕਹਿੰਦਾ ਰਿਹਾ ਉਦੋਂ, ਤਾਂ ਖਹਿਰਾ ਬੈਂਸ ਇਹਨਾਂ ਨੇ ਕਿੰਨੀ ਗੱਲ ਚੱਕੀ ਵੀ ਪੰਜਾਬ 'ਚ ਜਿਹੜੀ ਹੈ ਦੂਸਰੀਆਂ ਖੇਤੀਆਂ, ਖਸਖਸ ਦੀ ਖੇਤੀ ਦੀ ਗੱਲ ਤੁਰੀ ਸੀ, ਪਾਰਲੀਮੈਂਟ ਤਾਂ ਗੱਲਾਂ ਗਈਆਂ। ਆ ਨਵਜੋਤ ਕੌਰ ਸਿੱਧੂ ਨੇ ਫਿਰ ਕਹਿਤਾ ਵੀ ਸਰਕਾਰ ਇਸ ਪਾਸੇ ਸੋਚੇ, ਔਰ ਸੋਚਣਾ ਚਾਹੀਦਾ ਸਰਕਾਰਾਂ ਨੂੰ। ਪੰਜਾਬ ਦੇ ਕਿਸਾਨ ਨੂੰ ਕਿਹੜੀ ਖੇਤੀ 'ਚ ਫਾਇਦਾ ਹੋ ਸਕਦਾ, ਦੇਖੋ ਇਹਦੇ ਲਈ ਸੂਬੇ ਦੀ ਸਰਕਾਰ ਵਿਧਾਨ ਸਭਾ 'ਚ ਕਾਨੂੰਨ ਬਣਾ ਦੇਣ। ਜਿਹੜੇ ਕਾਨੂੰਨ ਪੰਜਾਬ ਦੀ ਵਿਧਾਨ ਸਭਾ ਬਣਾ ਸਕਦੀ ਆ ਉਹ ਬਣਾਉਣ, ਫਿਰ ਸੁਪਰੀਮ ਕੋਰਟ 'ਚ ਜਾਣ ਵੀ ਸਾਡੇ ਕਿਸਾਨਾਂ ਦੀ ਮਜਬੂਰੀ ਹੈ ਜੀ, ਦਿਓ ਸਾਨੂੰ ਕੋਈ ਹੱਲ, ਅਸੀਂ ਆ ਖੇਤੀ ਕਰਨਾ ਚਾਹੁੰਦੇ ਹਾਂ, ਕੋਈ ਬਣਾਉਣ ਤਾਂ ਸਹੀ। ਸਿੱਧੂ ਵਰਗਾ ਕੱਲ੍ਹ ਨੂੰ ਮੁੱਖ ਮੰਤਰੀ ਬਣ ਗਿਆ, ਉਹਨੇ ਜ਼ਰੂਰ ਇਹਦੇ ਲਈ ਸੰਘਰਸ਼ ਕਰਨਾ ਹੈ ਵੀ ਆਪਾਂ ਕੋਈ ਇਹੋ ਜਿਹੀ ਕਾਢ ਕੱਢੀਏ। ਉਂਝ ਤਾਂ ਦਾਲਾਂ ਦੇਖੋ ਪੰਜਾਬ 'ਚ ਦਾਲਾਂ ਸਾਰੀਆਂ ਬਾਹਰੋਂ ਆਉਂਦੀਆਂ ਗਗਨ, ਤੇ ਜੇ ਸੂਬੇ ਦੀ ਸਰਕਾਰ ਇਹੀ ਕਹਿ ਦੇ ਵੀ ਆਪਾਂ ਪੰਜਾਬ ਵਾਲੇ ਆਪਣੀ ਦਾਲ ਇੱਥੇ ਹੀ ਖਪਤ ਕਰਾਵਾਂਗੇ, ਲੈ ਦਾਲ ਨਹੀਂ ਮੁੱਕਦੀ ਸਾਡੇ ਕਿੰਨੇ ਕਿਸਾਨਾਂ ਨੂੰ, ਤਾਂ ਬਿਲਕੁਲ ਕਿੰਨੇ ਇਲਾਕੇ ਨੇ ਸਾਡੇ ਜਿੱਥੇ ਦਾਲਾਂ ਬੀਜੀਆਂ ਜਾ ਸਕਦੀਆਂ ਨੇ। ਸੋ ਵੱਡੀ ਇੱਛਾ ਸ਼ਕਤੀ ਵਾਲਾ ਸਾਨੂੰ ਇਸ ਵਕਤ ਕੋਈ ਪ੍ਰਬੰਧਕ ਚਾਹੀਦਾ ਸੂਬੇ ਦਾ, ਵੱਡੀ ਇੱਛਾ ਸ਼ਕਤੀ ਵਾਲਾ। ਕੈਪਟਨ ਅਮਰਿੰਦਰ ਨੇ ਐਡਮਿਨਿਸਟ੍ਰੇਟਿਵ ਫੈਸਲੇ ਚੰਗੇ ਲਏ ਨੇ, ਪ੍ਰਸ਼ਾਸਕੀ ਫੈਸਲੇ ਚੰਗੇ ਲਏ ਨੇ ਕੈਪਟਨ ਅਮਰਿੰਦਰ ਨੇ, ਪਰ ਜਿਹੜੇ ਇਹੋ ਜਿਹੇ ਫੈਸਲੇ ਨੇ ਜਿਹੜੇ ਜਿਹਨੂੰ ਕਹਿੰਦੇ ਨੇ ਬੁਨਿਆਦੀ ਬਦਲਾਅ ਕਰ ਸਕਦੇ ਨੇ, ਸੁਧਾਰ ਕਰ ਸਕਦੇ ਨੇ, ਉਹਦੇ ਲਈ ਹਜੇ ਓਡੀ ਇੱਛਾ ਸ਼ਕਤੀ ਨਹੀਂ ਦਿਖਾਈ। ਜਾਂ ਅਫਸਰਾਂ ਨੇ ਰਿਪੋਰਟਾਂ ਨਹੀਂ ਬਣਾ ਕੇ ਦਿੱਤੀਆਂ ਕੈਪਟਨ ਅਮਰਿੰਦਰ ਨੂੰ। ਅਫਸਰ ਹੋਰ ਮੈਨੂੰ ਲੱਗਦਾ ਅਫਸਰ ਕੋਵਿਡ ਕਰਕੇ ਨਿਕਲੇ ਹੀ ਨਹੀਂ, ਮੈਨੂੰ ਲੱਗਦਾ, ਜਾਂ ਤਾਂ ਜਿਹੜੇ ਨਿਕਲੇ ਉਹ ਵਿਚਾਰੇ ਪੋਜ਼ਿਟਿਵ ਹੋ ਜਾਂਦੇ ਸੀ ਹਨਾ, ਕਿੰਨੇ ਤਾਂ ਚਲੋ ਸ਼ਹੀਦ ਵੀ ਹੋਏ। ਡੱਲਾ ਸਾਹਿਬ ਇੱਕ ਰਿਪੋਰਟ ਜਿਹੜੀ ਬਣਾ ਕੇ ਦਿੱਤੀ ਸੀ, ਜਿਹੜੀ ਹਾਈ ਕੋਰਟ ਨੇ ਰੱਦ ਕਰਤੀ ਬੇਅਦਬੀ ਮਾਮਲਿਆਂ ਦੇ ਵਿੱਚ,
ਉਹ ਰਿਪੋਰਟ ਨੂੰ ਤਿਆਰ ਕਰਨ ਵਾਲੇ ਮੁਖੀ ਵੀ ਹੁਣ ਅੱਜਕੱਲ ਕਾਫੀ ਸਰਗਰਮ ਨਜ਼ਰ ਆ ਰਹੇ ਨੇ। ਚਰਚਾਵਾਂ ਮੀਡੀਆ ਦੇ ਵਿੱਚ ਇਹ ਵੀ ਤੁਰ ਪਈਆਂ ਕਿ ਸਿਆਸਤ ਦੇ ਵਿੱਚ ਨਾ ਕਿਤੇ ਆਈਜੀ ਕੁੰਵਰ ਵਿਜੇ ਪ੍ਰਤਾਪ ਨਹੀਂ ਆ ਜਾਣ ਸਿਆਸਤ 'ਚ। ਦੇਖੋ ਸਾਡੀ ਸਿਆਸਤ 'ਚ ਤਾਂ ਅਨਪੜ੍ਹ ਲੋਕ ਆਏ ਪਏ ਨੇ ਜੀ। ਕੁੰਵਰ ਵਿਜੇ ਪ੍ਰਤਾਪ ਤਾਂ ਫੇਰ ਪੜ੍ਹੇ ਲਿਖੇ ਅਫਸਰ ਨੇ। ਜਿੱਥੋਂ ਤੱਕ ਰਿਪੋਰਟ ਹਾਈ ਕੋਰਟ ਨੇ ਖਾਰਜ ਕੀਤੀ, ਦੇਖੋ ਹਾਈ ਕੋਰਟ ਦਾ ਅਧਿਕਾਰ ਖੇਤਰ ਹੈ ਗਗਨ। ਕੁੰਵਰ ਵਿਜੇ ਪ੍ਰਤਾਪ ਉਹਨਾਂ ਨੂੰ ਅਗਰ ਲੱਗਦਾ ਹੈ ਕਿ ਹਾਈ ਕੋਰਟ ਨੇ ਗਲਤ ਕੀਤਾ ਹੈ, ਸੁਪਰੀਮ ਕੋਰਟ ਚਲੇ ਜਾਣ, ਸੂਬੇ ਦੀ ਸਰਕਾਰ ਸੁਪਰੀਮ ਕੋਰਟ ਚਲੀ ਜਾਵੇ। ਉਹ ਤਾਂ ਇੱਕ ਕਾਨੂੰਨੀ ਮਸਲਾ ਹੈ, ਕੋਈ ਨਾ ਕੋਈ ਖਾਮੀ ਹਾਈ ਕੋਰਟ ਨੂੰ ਲੱਗੀ ਹੋਣੀ ਹੈ। ਹਾਈ ਕੋਰਟ ਨੇ ਤਾਂ ਹੀ ਉਹ ਰਿਪੋਰਟ ਖਾਰਜ ਕੀਤੀ ਹੈ। ਦੇਖੋ ਕਿਸੇ ਵਿਅਕਤੀ ਦਾ ਇਮਾਨਦਾਰ ਹੋਣ ਦਾ ਮਤਲਬ ਇਹ ਨਹੀਂ ਕਿ ਉਹ 100% ਕਾਰਜ ਕੁਸ਼ਲਤਾ ਵਾਲਾ ਵਿਅਕਤੀ ਹੋਊਗਾ। ਅਗਰ ਕੁੰਵਰ ਵਿਜੇ ਪ੍ਰਤਾਪ ਇਮਾਨਦਾਰ ਹੈ ਤੇ ਉਹਨਾਂ ਦੀ ਰਿਪੋਰਟ ਖਾਰਜ ਹੋ ਗਈ, ਇਹਦਾ ਮਤਲਬ ਇਹ ਨਹੀਂ ਕਿ ਉਹ ਬੇਈਮਾਨੀ ਕਰ ਗਏ। ਕੋਈ ਤਕਨੀਕੀ ਖਾਮੀ ਹੋ ਸਕਦੀ ਹੈ, ਹਾਈ ਕੋਰਟ ਨੂੰ ਤਕਨੀਕੀ ਤੌਰ ਤੇ ਚੀਜ਼ਾਂ ਦਾ ਜ਼ਿਆਦਾ ਪਤਾ ਹੈ, ਇਹਦਾ ਕਾਰਨ ਕੋਈ ਵੀ ਹੋ ਸਕਦਾ ਹੈ। ਮੈਂ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਖਾਰਜ ਹੋਣ ਨੂੰ ਮੈਂ ਉਹਨਾਂ ਦੀ ਅਸਫਲਤਾ ਦੇ ਤੌਰ ਤੇ ਨਹੀਂ ਦੇਖਦਾ। ਕੋਈ ਤਕਨੀਕੀ ਖਾਮੀ ਹੋ ਸਕਦੀ ਹੈ। ਅੱਗੇ ਤੋਂ ਕੁੰਵਰ ਵਿਜੇ ਪ੍ਰਤਾਪ ਹੋਣੀ, ਚਲੋ ਹੁਣ ਤਾਂ ਉਹ ਕਹਿੰਦੇ ਅਸਤੀਫਾ ਹੀ ਦੇ ਗਏ। ਉਹ ਪਹਿਲਾਂ ਕੈਪਟਨ ਅਮਰਿੰਦਰ ਨੇ ਕਿਹਾ ਉਹਨਾਂ ਨੂੰ ਵੀ ਵਾਪਸ ਲੈ ਲਓ, ਕਹਿੰਦੇ ਵੀ ਨਹੀਂ ਮੈਂ ਦੇਣਾ ਅਸਤੀਫਾ। ਪਰ ਮੈਂ ਤਾਂ ਕਹਿੰਦਾ ਕੁੰਵਰ ਵਿਜੇ ਪ੍ਰਤਾਪ ਨੂੰ ਸਿੱਧੂ ਦੇ ਨਾਲ ਮਿਲ ਜਾਣਾ ਚਾਹੀਦਾ। ਸਿੱਧੂ ਨਾਲ ਮਿਲ ਕੇ ਕਰਨ ਸਿਆਸਤ। ਕੁੰਵਰ ਵਿਜੇ ਪ੍ਰਤਾਪ ਸਿਆਣੇ ਅਫਸਰ ਨੇ ਜੀ। ਅੱਜ ਕੱਲ੍ਹ ਤਾਂ ਵੈਸੇ ਵੀ ਬਹੁਤ ਸਾਰੇ ਅਫਸਰ ਨੇ ਜਿਹੜੇ ਰਿਟਾਇਰਮੈਂਟ ਤੋਂ ਬਾਅਦ ਪੋਲਿਟਿਕਸ 'ਚ ਆ ਜਾਂਦੇ ਨੇ। ਸੋ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੂੰ ਆ ਜਾਣਾ ਚਾਹੀਦਾ ਜੀ। ਕਰਨ ਪੋਲਿਟਿਕਸ ਆ ਕੇ, ਜਿਹੜੀ ਚੀਜ਼ ਅਫਸਰੀ 'ਚ ਨਹੀਂ ਸੁਧਾਰ ਸਕੇ ਪੋਲਿਟਿਕਸ 'ਚ ਆ ਕੇ ਸੁਧਾਰਨ। ਬਿਲਕੁਲ ਆਉਣਾ ਚਾਹੀਦਾ ਕੁੰਵਰ ਵਿਜੇ ਪ੍ਰਤਾਪ ਵਰਗੇ ਲੋਕਾਂ ਨੂੰ। ਡੱਲਾ ਸਾਹਿਬ, ਇੱਕ ਚਰਚਾਵਾਂ ਹੁਣ ਜਿਹੜੀਆਂ ਤੇਜ਼ ਨੇ ਕਿ ਪੰਜਾਬ ਦੇ ਵਿੱਚ ਚੌਥਾ ਪੰਜਵਾਂ ਜਿਹੜਾ ਨਵਾਂ ਫਰੰਟ ਦੀਆਂ ਚਰਚਾਵਾਂ ਹੁਣ ਤੁਰਨੀਆਂ ਨੇ, ਕਿਉਂਕਿ ਭਾਜਪਾ ਆਉਣ ਤੋਂ ਬਾਅਦ ਹੁਣ ਚੌਥਾ ਫਰੰਟ ਆਊਗਾ ਪੰਜਾਬ ਦੇ ਵਿੱਚ। ਉਹਦੇ ਵਿੱਚ ਚਰਚਾ ਨੇ ਕਿ ਇੱਕ ਪਾਸੇ ਤਾਂ ਜਿਹੜੇ ਟਕਸਾਲੀ ਅਕਾਲੀ ਦਲ ਸੀਗਾ ਤੇ ਜਿਹੜਾ ਢੀਂਡਸਾ ਧੜਾ ਸੀਗਾ, ਇਹ ਇਕੱਠੇ ਹੋਣ ਜਾ ਰਹੇ ਨੇ। ਦੋਹੇ ਅਕਾਲੀ ਦਲ ਭੰਗ ਹੋ ਕੇ ਇੱਕ ਵੱਖਰਾ ਅਕਾਲੀ ਦਲ ਬਣੂਗਾ। ਬੜੇ ਇਕੱਠੇ ਹੋਏ। ਪਹਿਲਾਂ ਦੇਖੋ ਇਹ ਐਤਕੀ ਨਾ, ਮੈਂ ਤੁਹਾਨੂੰ ਉਹੀ ਕਹਿੰਦਾ ਗਗਨ, ਇਹ ਚੀਜ਼ਾਂ ਐਤਕੀ ਮਨੋਰੰਜਨ ਦਾ ਕਾਰਨ ਸਾਧਨ ਬਣ ਗਈਆਂ ਸਾਡੇ ਲੋਕਾਂ ਦਾ ਜੀ। ਇਹ ਕਹਿੰਦੇ ਜੀ ਅਸੀਂ ਤੀਜਾ ਫਰੰਟ ਬਣਾਵਾਂਗੇ, ਚੌਥਾ ਬਣਾਵਾਂਗੇ, ਪੰਜਵਾਂ ਬਣਾਵਾਂਗੇ, ਛੇਵਾਂ ਬਣਾਵਾਂਗੇ। ਪਹਿਲਾਂ ਉਹਨਾਂ ਨੇ ਪੀਡੀਏ ਬਣਾਇਆ ਸੀ। ਮੈਂ ਤੁਹਾਨੂੰ ਹਕੀਕਤ ਦੱਸਾਂ, ਪੰਜਾਬ ਦੇ ਮੈਂ ਬਹੁਤ ਸਾਰੇ NRI ਲਗਾਤਾਰ ਮੈਨੂੰ ਟੈਲੀਫੋਨ ਤੇ ਗੱਲ ਹੁੰਦੀ ਰਹਿੰਦੀ, ਜਿਹੜੇ ਸਾਡੇ ਆਮ ਲੋਕ ਨੇ ਨਾ ਪੰਜਾਬ ਦੇ, ਉਹ ਇਹ ਆਸ ਹੀ ਛੱਡ ਗਏ ਵੀ ਕੋਈ ਤੀਜਾ ਫਰੰਟ ਬਣੂ, ਕੋਈ ਚੌਥਾ ਫਰੰਟ ਬਣੂ, ਕੋਈ ਪੰਜਵਾਂ ਫਰੰਟ ਬਣੂ। ਫਰੰਟਾਂ ਵਾਲੀ ਗੱਲ ਤੇ ਧਿਆਨ ਹੀ ਨਹੀਂ ਕੇਂਦਰਿਤ ਕਰਦੇ ਲੋਕ। ਲੀਡਰ ਆਪ ਹੀ ਫਰੰਟਾਂ ਦੇ ਜੋੜ ਤੋੜ 'ਚ ਲੱਗੇ ਹੋਏ ਨੇ ਗਗਨ। ਲੀਡਰ ਆਪ ਹੀ ਫਰੰਟਾਂ ਦੇ ਜੋੜ ਤੋੜ 'ਚ ਲੱਗਿਆ। ਪਿੱਛੇ ਜੇ ਕੁਝ ਦਿਨ ਪਹਿਲਾਂ ਗੱਲ ਆ ਗਈ ਵੀ ਢੀਂਡਸਾ ਧੜਾ ਤੇ ਆਮ ਆਦਮੀ ਪਾਰਟੀ ਇਹਨਾਂ ਦਾ ਗੱਠਜੋੜ ਹੋ ਸਕਦਾ ਹੈ। ਢੀਂਡਸਾ ਸਾਹਿਬ ਕਹਿੰਦੇ ਅਸੀਂ ਤਾਂ ਗੱਠਜੋੜ ਕਰਨਾ ਹੈ। ਉਹ ਚੀਮਾ ਸਾਹਿਬ ਕਹਿੰਦੇ ਆਮ ਆਦਮੀ ਪਾਰਟੀ ਵਾਲੇ, ਉਹ ਕਹਿੰਦੇ ਅਸੀਂ ਗੱਠਜੋੜ ਕਰਨਾ ਹੀ ਨਹੀਂ ਕਿਸੇ ਨਾਲ, ਸਾਡੀ ਪਾਰਟੀ 'ਚ ਹੀ ਆ ਜਾਓ ਢੀਂਡਸਾ ਸਾਹਿਬ ਜੇ ਆਉਣਾ ਤਾਂ। ਉਹ ਗੱਲ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਵੀ ਗੱਲ ਸ਼ੁਰੂ ਹੁੰਦੇ ਹੀ ਟੁੱਟ ਗਈ। ਸੋ ਇਸ ਕਰਕੇ ਇਹ ਗੱਲਾਂ ਦਾ ਕੁਝ ਨਹੀਂ ਪਤਾ ਹਜੇ। ਦੇਖੋ ਆ ਬਸਪਾ ਹੈ, ਬਸਪਾ ਦੇ ਨਾਲ ਵੀ ਕਈ ਫਰੰਟ ਬਣਾਉਣ ਨੂੰ ਫਿਰਦੇ ਨੇ। ਹਾਂਜੀ, ਆ ਬੈਂਸ ਦੀਆਂ ਗੱਲਾਂ ਚੱਲੀ ਜਾਂਦੀਆਂ, ਲੋਕ ਇਨਸਾਫ ਪਾਰਟੀ ਦੀਆਂ, ਕਹਿੰਦੇ ਇਹ ਤਾਂ ਐਤਕੀ ਕਾਂਗਰਸ ਨਾਲ ਹੀ ਰਲ ਜਾਣਗੇ। ਇਹ ਵੀ ਗੱਲਾਂ ਚੱਲੀ ਜਾਂਦੀਆਂ। ਜੇ ਸਿੱਧੂ ਕਾਂਗਰਸ 'ਚ ਅੱਗੇ ਆ ਗਿਆ ਫਿਰ ਤਾਂ ਬੈਂਸਾਂ ਨੇ ਰਲ ਹੀ ਜਾਣਾ ਕਾਂਗਰਸ ਨਾਲ। ਇਹਨਾਂ ਨੇ ਕਹਿਣਾ ਅਸੀਂ ਕਿਹੜਾ ਕਾਂਗਰਸ ਨਾਲ ਰਲੇ ਹਾਂ, ਅਸੀਂ ਤਾਂ ਸਿੱਧੂ ਨਾਲ ਰਲੇ ਹਾਂ। ਸੋ ਜਿਹੜੇ ਲੀਡਰ ਨੇ ਨਾ ਗਗਨ, ਉਹਨਾਂ ਨੇ ਕੋਈ ਨਾ ਕੋਈ ਰਾਹ ਕੱਢ ਲੈਣਾ। ਸੋ ਉਹਨਾਂ ਨੇ ਕੋਈ ਨਾ ਕੋਈ ਰਾਹ ਕੱਢ ਲੈਣਾ। ਦੇਖੋ ਗੁਬਾਰੇ 'ਚ ਜਦੋਂ ਤੁਸੀਂ ਆਕਸੀਜਨ ਭਰਦੇ ਹੋ, ਹੱਥੋਂ ਛੱਡਦੇ ਹੋਣੇ ਤਾਂ ਉੱਡ ਜਾਣਾ। ਹੁਣ ਉਹ ਸਥਿਤੀਆਂ ਨੇ। ਸੋ ਇਹ ਜਿਹੜੇ ਸਾਰੇ ਲੀਡਰ ਨੇ, ਇਹਨਾਂ 'ਚ ਆਕਸੀਜਨ ਭਰੀ ਗਈ ਕਿਉਂਕਿ ਚੋਣਾਂ ਹੋਣ ਵਾਲੀਆਂ ਨੇ। ਬਸ ਜਿਵੇਂ ਜਿਵੇਂ ਹੱਥੋਂ ਇਹ ਨਿਕਲੀ ਜਾਣੇ, ਇਹਨਾਂ ਨੇ ਉਡਾਰੀਆਂ ਭਰਨ ਲੱਗ ਜਾਣੀਆਂ ਨੇ। ਕਿਸੇ ਨੇ ਕਿਸੇ ਪਾਰਟੀ 'ਚ ਭਰ ਲੈਣੀ, ਕਿਸੇ ਨੇ ਕਿਸੇ ਪਾਰਟੀ 'ਚ ਭਰ ਲੈਣੀ। ਦੇਖੋ ਆਮ ਆਦਮੀ ਪਾਰਟੀ ਵਾਲੇ ਮੈਂ 5 ਸਾਲ ਪਹਿਲਾਂ ਵੀ ਦੇਖਦੇ ਸੀ ਲੀਡਰ ਲੱਭੀ ਜਾਂਦੇ ਸੀ, ਆ ਹੁਣ ਵੀ ਲੀਡਰ ਲੱਭੀ ਜਾਂਦੇ ਨੇ। ਸੋ ਜੇ ਪੋਲੀਟੀਕਲ ਪਾਰਟੀਆਂ ਨੂੰ 4-5 ਸਾਲਾਂ 'ਚ ਲੀਡਰ ਹੀ ਨਹੀਂ ਲੱਭੇ, ਜੇਤੂ ਉਮੀਦਵਾਰ ਹੀ ਨਹੀਂ ਲੱਭੇ, ਤਿਆਰ ਹੀ ਨਹੀਂ ਹੋਏ, ਫਿਰ ਕੀ ਸਿਆਸਤ ਬਣੂਗੀ। ਹਾਂ, ਪਿੱਛੇ ਜੇ ਭਗਵੰਤ ਮਾਨ ਦਾ ਬਿਆਨ ਮੈਂ ਅਖਬਾਰ 'ਚ ਪੜ੍ਹਦਾ ਸੀ ਸ਼ਾਇਦ, ਜਾਂ ਕਿਸੇ ਵੈਬਸਾਈਟ 'ਤੇ ਪੜ੍ਹਦਾ ਸੀ, ਉਹ ਕਹਿੰਦੇ ਅਸੀਂ ਪੰਜਾਬ 'ਚੋਂ ਹੀ ਮੁੱਖ ਮੰਤਰੀ ਦੇਵਾਂਗੇ ਚਿਹਰਾ। ਪੰਜਾਬ 'ਚੋਂ ਮੁੱਖ ਮੰਤਰੀ ਦਾ ਚਿਹਰਾ ਕਿੱਥੋਂ ਲਿਆਉਣਗੇ? ਹਾਂਜੀ। ਸੋ ਮੈਂ ਤਾਂ ਕਹਿੰਦਾ ਭਗਵੰਤ ਮਾਨ ਨੂੰ ਹੀ ਬਣਾ ਲਓ। ਹੋਰ ਤਾਂ ਕੋਈ ਮੈਨੂੰ ਲੱਗਦਾ ਨਹੀਂ ਆਮ ਆਦਮੀ ਪਾਰਟੀ 'ਚ ਮੁੱਖ ਮੰਤਰੀ ਦਾ ਚਿਹਰਾ ਹਾਲ ਦੀ ਘੜੀ। ਕੇਜਰੀਵਾਲ ਨੂੰ ਲਿਆਉਣ ਗੱਲ ਵੱਖਰੀ ਹੈ, ਪਰ ਆ ਕੇਜਰੀਵਾਲ ਤੇ ਵੀ ਪੰਜਾਬ ਦੇ ਲੋਕਾਂ ਨੇ ਬਹੁਤਾ ਮੰਨਣਾ ਨਹੀਂ। ਹਾਂਜੀ, ਬਿਲਕੁਲ ਕੇਜਰੀਵਾਲ ਤੇ ਵੀ ਮੰਨਦੇ ਨਹੀਂ ਬਾਲਾ ਪੰਜਾਬ ਦੇ ਲੋਕ, ਕਿਉਂਕਿ ਆ ਮਾਫੀ ਵਾਲਾ ਰੌਲਾ ਪੈ ਜਾਣਾ। ਲੋਕਾਂ ਨੇ ਫਿਰ ਭਰੋਸਾ ਨਹੀਂ ਕਰਨਾ ਕੇਜਰੀਵਾਲ ਤੇ ਵੀ। ਬਿਲਕੁਲ ਮਨੀਸ਼ ਸਿਸੋਦੀਆ ਨੂੰ ਲਿਆਓ, ਪਰ ਉਹ ਮਨੀਸ਼ ਸਿਸੋਦੀਆ ਆਲਰੇਡੀ ਉੱਥੇ ਡਿਪਟੀ ਮੁੱਖ ਮੰਤਰੀ ਆ। ਉਹਦੇ ਨਾਲ ਤਾਂ ਭਗਵੰਤ ਮਾਨ ਨੂੰ ਹੀ ਐਲਾਨ ਲਓ। ਆਮ ਆਦਮੀ ਪਾਰਟੀ ਕੋਲੇ ਹੋਰ ਕੋਈ ਮੈਨੂੰ ਐਡਾ ਦਮਦਾਰ ਭਗਵੰਤ ਮਾਨ ਤੋਂ ਇਲਾਵਾ ਮੁੱਖ ਮੰਤਰੀ ਦਾ ਚਿਹਰਾ ਹਾਲ ਦੀ ਘੜੀ ਲੱਗਦਾ ਨਹੀਂ ਜੀ। ਬਾਕੀ ਕੱਲ ਨੂੰ ਕੋਈ ਨਵਾਂ ਨਿਕਲ ਆਵੇ ਕਿਤੋਂ ਗੱਲ ਵੱਖਰੀ, ਕੋਈ ਖੋਜ ਹੋ ਜੇ।
ਤੇ ਡੱਲਾ ਸਾਹਿਬ ਇਸ ਦੇ ਨਾਲ ਹੀ ਹੁਣ ਜਾਂਦੇ ਜਾਂਦੇ ਜਿਹੜੀ ਚਰਚਾ ਆਪਾਂ ਕੋਵਿਡ ਦੇ ਉੱਤੇ ਵੀ ਜ਼ਰੂਰ ਕਰ ਲਈਏ, ਜੋ ਪੰਜਾਬ ਦੇ ਮੌਜੂਦਾ ਹਾਲਾਤ ਬਣੇ ਹੋਏ ਨੇ। ਹਾਲਾਂਕਿ ਪੰਜਾਬ ਦੇ ਸਿਹਤ ਮੰਤਰੀ ਇਹ ਗੱਲ ਸਾਫ਼ ਕਰ ਗਏ ਕਿ ਪੰਜਾਬ ਦੇ ਵਿੱਚ ਜੋ ਮੌਜੂਦਾ ਹਾਲਾਤ ਨੇ ਉਹ ਵੀਕਐਂਡ ਲਾਕਡਾਊਨ ਵਾਲੇ ਨਹੀਂ ਹੈਗੇ। ਪੰਜਾਬ ਦੇ ਵਿੱਚ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਚੱਲ ਰਿਹਾ ਉਸੇ ਤਰ੍ਹਾਂ ਚੱਲੂ। ਕੀ ਲੱਗਦਾ ਹੈ ਇਹ ਹਾਲਾਤ ਇਹ ਕੰਟਰੋਲ 'ਚ ਆਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ, ਕਿ ਇਸੇ ਤਰ੍ਹਾਂ ਹੁਣ ਜਿਸ ਤਰ੍ਹਾਂ ਆંકੜੇ ਹਰ ਰੋਜ਼ ਵੱਧਦੇ ਜਾ ਰਹੇ ਨੇ, ਕਿੰਨੇ ਕੁ ਚਿੰਤਾਜਨਕ ਬਣ ਰਹੇ ਨੇ? ਦੇਖੋ, ਇਹ ਤਾਂ ਹੁਣ ਸਥਿਤੀਆਂ ਗਗਨ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂ। ਇਹ ਤਾਂ ਹੁਣ ਸਥਿਤੀਆਂ ਗਗਨ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ, ਦੇਖੋ ਅਗਰ ਤਾਂ ਕੇਸ ਕੰਟਰੋਲ 'ਚ ਆ ਗਏ ਫਿਰ ਤਾਂ ਸਥਿਤੀਆਂ ਚੰਗੇ ਵਾਲੇ ਪਾਸੇ ਚਲੀ ਜਾਣਗੀਆਂ। ਅਗਰ ਕੇਸ ਇਸੇ ਤਰ੍ਹਾਂ ਵਧੀ ਗਏ ਫਿਰ ਕੁਝ ਨਾ ਕੁਝ ਹੱਲ ਤਾਂ ਸਰਕਾਰਾਂ ਨੂੰ ਕਰਨਾ ਪਊਗਾ, ਕਿਉਂਕਿ ਹਸਪਤਾਲਾਂ ਤੇ ਦਬਾਅ ਵੱਧ ਸਕਦਾ ਹੈ। ਅਗਰ ਬਹੁਤ ਜ਼ਿਆਦਾ ਲੋਕ ਬਿਮਾਰ ਹੁੰਦੇ ਨੇ ਹਸਪਤਾਲਾਂ ਤੇ ਦਬਾਅ ਵੱਧ ਸਕਦਾ ਹੈ। ਸੋ ਇਹ ਸਥਿਤੀਆਂ ਤਾਂ ਦੇਖੋ ਆਉਣ ਵਾਲੇ ਸਮੇਂ ਦੇ ਨਾਲ ਹੀ ਪਤਾ ਲੱਗੂਗਾ। ਹਾਲ ਦੀ ਘੜੀ ਮੈਂ ਕੁਝ ਕਹਿ ਨਹੀਂ ਸਕਦਾ। ਦੇਖੋ ਆ ਚੰਡੀਗੜ੍ਹ 'ਚ ਵੀ 2 ਦਿਨ ਦਾ ਲਾਕਡਾਊਨ ਲੱਗ ਗਿਆ ਸ਼ਨੀ ਐਤਵਾਰ, ਆ ਦਿੱਲੀ 'ਚ ਵੀ ਹੁਣ ਵੀ ਇਹਨਾਂ ਨੇ ਲਾਤਾ, ਆ ਬੰਗਾਲ 'ਚ ਮੈਨੂੰ ਲੱਗਦਾ ਚੋਣਾਂ ਤੋਂ ਬਾਅਦ ਲਾਉਣਗੇ। ਆ ਜਿਹੜੇ 5 ਸੂਬੇ ਹੈ ਉਹਨਾਂ 'ਚ ਚੋਣਾਂ ਤੋਂ ਬਾਅਦ ਲਾ ਸਕਦੇ ਆ। ਸੋ ਇਸ ਕਰਕੇ ਕੋਵਿਡ ਦੀਆਂ ਸਥਿਤੀਆਂ ਹੈ ਤਾਂ ਚਿੰਤਾਜਨਕ ਨੇ, ਪਰ ਸਰਕਾਰ, ਸੂਬੇ ਦੀ ਸਰਕਾਰ ਹੈ ਜਿਹੜੀ, ਉਹਨੂੰ ਆਪਣੇ ਪ੍ਰਬੰਧ ਹੋਰ ਮਜ਼ਬੂਤ ਕਰਨੇ ਚਾਹੀਦੇ ਨੇ। ਹਸਪਤਾਲਾਂ ਦੇ ਨਾਲ ਤਾਲਮੇਲ ਜ਼ਿਆਦਾ ਚੰਗੇ ਬਣਾਉਣੇ ਚਾਹੀਦੇ ਨੇ। ਔਰ ਮੈਂ ਇੱਕ ਗੱਲ ਹੋਰ ਜ਼ਰੂਰ ਕਹਿਣਾ ਚਾਹੂੰਗਾ, ਨਿੱਜੀ ਤਜਰਬੇ ਨਾਲ ਮੈਂ ਦੇਖਦਾ, ਮੈਂ ਕਈ ਜਗ੍ਹਾ ਦੇਖਦਾ, ਆ ਦਿੱਲੀ 'ਚ ਮੈਂ ਦੇਖ ਰਿਹਾ ਸੀ ਕੋਈ ਪੁਲਿਸ ਅਫਸਰ ਸੀ, ਕਹਿੰਦੇ ਉਹ ਇੱਕ ਵਿਅਕਤੀ ਉਹਨਾਂ ਨੇ ਜਮਰਾਜ ਬਣਾ ਕੇ ਸੜਕ ਤੇ ਭੇਜਤਾ, ਉਹ ਲੋਕਾਂ ਨੂੰ ਡਰਾਈ ਜਾਂਦਾ। ਸੋ ਇਸ ਤਰੀਕੇ ਨਾਲ ਡਰ ਪੈਦਾ ਕਰਨ ਦੀ ਲੋੜ ਨਹੀਂ। ਆ ਕਈ ਟੈਲੀਵਿਜ਼ਨ ਚੈਨਲ ਦੀਆਂ ਖਬਰਾਂ ਮੈਂ ਸੁਣਦਾ ਗਗਨ, ਜਦੋਂ ਮੈਂ ਤਾਂ ਸੁਣੀਆਂ ਹੀ ਨਹੀਂ ਜਿੰਨੇ ਦਿਨ ਮੈਂ ਬਿਮਾਰ ਰਿਹਾ, ਤੁਹਾਨੂੰ ਮੈਂ ਸੱਚੀ ਦੱਸਾਂ, ਮੈਂ ਟੈਲੀਵਿਜ਼ਨ ਚੈਨਲਾਂ ਦੀਆਂ ਖਬਰਾਂ ਹੀ ਨਹੀਂ ਸੁਣੀਆਂ। ਬਿਮਾਰ ਵਿਅਕਤੀ ਖਬਰਾਂ ਸੁਣ ਕੇ ਹੋਰ ਡਰ ਜਾਂਦਾ। ਸੋ ਇਸ ਕਰਕੇ ਡਰਨ ਦੀ ਲੋੜ ਨਹੀਂ, ਆਪਣੀ ਇੱਛਾ ਸ਼ਕਤੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਡਰਨ ਨਾਲ ਕੁਝ ਨਹੀਂ ਹੋਣਾ। ਜੇ ਕੋਈ ਬਿਮਾਰ ਹੋ ਗਿਆ ਤੇ ਡਰੋ ਨਾ। ਔਰ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ, ਉਹਦੇ ਤੇ ਆਪਾਂ ਵੱਖਰਾ ਪ੍ਰੋਗਰਾਮ ਵੀ ਕਰਾਂਗੇ। ਇੱਕ ਪੰਜਾਬ ਸਰਕਾਰ ਨੇ ਜਿਹੜੀ ਕੋਵਿਡ ਫਤਿਹ ਕਿੱਟ ਬਣਾਈ ਹੈ, ਦੇਖੋ ਉਹ ਬੜੀ ਫਾਇਦੇਮੰਦ ਹੈ। ਆ ਇੱਕ ਚੰਗਾ ਉਪਰਾਲਾ ਹੈ ਸੂਬੇ ਦੀ ਸਰਕਾਰ ਦਾ। ਜਿਹੜੀ ਫਤਿਹ ਦੀ ਕਿੱਟ ਹੈ, ਜਿਹੜੇ ਲੋਕ ਵੀ ਆਪਣਾ ਟੈਸਟ ਕਰਾ ਲੈਂਦੇ ਨੇ, ਉਹ ਸਿਹਤ ਮਹਿਕਮੇ ਦੇ ਲੋਕ ਤੁਹਾਨੂੰ ਦੇ ਜਾਂਦੇ ਨੇ ਕਿੱਟ। ਔਰ ਉਹ ਕਿੱਟ ਫਤਿਹ ਕਿੱਟ ਹੈ ਜਿਹੜੀ, ਉਹ ਕਿੱਟ ਜਿਹਨੇ ਲੈ ਲਈ, ਜਿਹਨੇ ਆਪਣਾ ਟੈਸਟ ਕਰਾ ਲਿਆ, ਅਗਰ ਉਹ ਪੋਜ਼ਿਟਿਵ ਆ ਗਿਆ, ਉਹ ਕਿੱਟ ਉਹਦੇ ਕੋਲ ਆ ਜਾਣੀ। ਉਹਦੇ 'ਚ ਸਾਰੇ ਇੰਤਜ਼ਾਮ ਨੇ ਗਗਨ। ਉਹਦੇ 'ਚ ਆਈਸੋਮੀਟਰ ਵੀ, ਕਿਹੜਾ ਮੀਟਰ ਕਹਿੰਦੇ ਇਹਨੂੰ, ਉਹ ਜਿਹੜਾ ਉਹ ਆਕਸੀਮੀਟਰ, ਉਹ 'ਚ ਆਕਸੀਜਨ ਦਾ ਲੈਵਲ ਪਤਾ ਲੱਗਦਾ ਹੈ। ਦੇਖੋ ਈਵਨ ਉਸ ਕਿੱਟ ਦੇ ਵਿੱਚ ਉਹ ਵੀ ਹੈ ਕਿ ਤੁਸੀਂ ਭਾਫ਼ ਲੈਣੀ, ਜਿਹੜੀ ਸਟੀਮ ਭਾਫ਼ ਲੈਣ ਵਾਲਾ ਵੀ ਉਹਦੇ 'ਚ ਇੱਕ ਮਸ਼ੀਨ ਹੈਗੀ, ਤੁਸੀਂ ਉਹ 'ਚ ਭਾਫ਼ ਲੈ ਸਕਦੇ ਹੋ। ਸਾਰੀਆਂ ਦਵਾਈਆਂ ਨੇ ਉਹ 'ਚ, ਬਾਹਰੋਂ ਕੋਈ ਦਵਾਈ ਲੈਣ ਦੀ ਲੋੜ ਨਹੀਂ ਮਰੀਜ਼ ਨੂੰ। ਉਹਦਾ ਐਡਾ ਫਾਇਦਾ ਹੈ। ਲੇਕਿਨ ਕੁਝ ਚੀਜ਼ਾਂ ਇਹੋ ਜਿਹੀਆਂ ਨੇ ਜਿਹਦਾ ਪ੍ਰਚਾਰ ਨਹੀਂ ਜ਼ਿਆਦਾ ਕੀਤਾ ਜਾ ਰਿਹਾ। ਸੋ ਸੂਬੇ ਦੀ ਪ੍ਰਸ਼ਾਂਤ ਕਿਸ਼ੋਰ ਨੂੰ ਚਾਹੀਦਾ ਵੀ ਆ ਫਤਿਹ ਕਿੱਟ ਦਾ ਵੀ ਪ੍ਰਚਾਰ ਕਰਦੇ, ਵੀ ਆਹ ਕੰਮ ਤੁਸੀਂ ਚੰਗਾ ਕਰੀ ਜਾਂਦੇ ਹੋ। ਜਿਹੜਾ ਕੰਮ ਚੰਗਾ ਕਰੀ ਜਾਂਦੇ ਹੋ ਉਹਦਾ ਪ੍ਰਚਾਰ ਨਹੀਂ। ਬਿਲਕੁਲ, ਪ੍ਰਚਾਰ ਸਿਰਫ ਪੋਲੀਟੀਕਲ ਹੈ ਵੀ ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਜਿਹੜਾ ਕਰ ਰਹੇ ਹੈ ਹੁਣ ਫਤਿਹ ਕਿੱਟ ਵਾਲਾ ਬਹੁਤ ਚੰਗਾ ਕੰਮ ਹੈ ਜਿਹੜਾ ਸੂਬੇ ਦੀ ਸਰਕਾਰ ਕਰ ਰਹੀ ਹੈ। ਜਿਹੜੇ ਲੋਕਾਂ ਨੇ ਵੀ ਦਾਨ ਦੂਨ ਦਿੱਤਾ ਮੁੱਖ ਮੰਤਰੀ ਰਾਹਤ ਫੰਡ 'ਚ, ਉਹਦੇ 'ਚੋਂ ਇਹ ਫਤਿਹ ਕਿੱਟ ਬਣੀ ਹੈ। ਤੇ ਉਹਦੇ 'ਚ ਸਾਰੀ ਤਰ੍ਹਾਂ ਦੀਆਂ ਦਵਾਈਆਂ ਨੇ ਜਿਹੜੀਆਂ ਵੀ ਕਿਸੇ ਮਰੀਜ਼ ਨੂੰ ਚਾਹੀਦੀਆਂ ਹੁੰਦੀਆਂ। ਸੋ ਇਸ ਕਰਕੇ ਡਰਨ ਦੀ ਲੋੜ ਨਹੀਂ, ਸੰਜਮ ਦੇ ਨਾਲ ਕੰਮ ਲੈਣ ਦੀ ਲੋੜ ਹੈ। ਇੱਕ ਡੱਲਾ ਸਾਹਿਬ, ਦੀਪ ਸਿੱਧੂ ਦੇ ਉੱਤੇ ਵੀ ਗੱਲਬਾਤ ਜ਼ਰੂਰ ਜਿਹੜੀ ਜਾਂਦੇ ਕਰਦੀ ਹੈ ਕਿ ਦੀਪ ਸਿੱਧੂ ਨੂੰ ਇੱਕ ਵਾਰ ਫਿਰ ਤੋਂ ਹਿਰਾਸਤ ਦੇ ਵਿੱਚ ਜਿਹੜਾ ਲੈ ਲਿਆ ਕ੍ਰਾਈਮ ਬ੍ਰਾਂਚ ਦੇ ਵੱਲੋਂ। 3 ਦਿਨ ਦਾ ਕਹਿ ਰਹੇ ਨੇ ਕਿ ਰਿਮਾਂਡ ਵੀ ਜਿਹੜਾ ਪੁਲਿਸ ਨੂੰ ਮਿਲ ਚੁੱਕਿਆ ਹੈ। ਗੱਲਬਾਤ ਤੋਂ ਬਾਅਦ ਹੁਣ ਦੁਬਾਰਾ ਜ਼ਮਾਨਤ ਦੀ ਪ੍ਰਕਿਰਿਆ ਚੱਲੂਗੀ। ਇਹ ਕਿੱਦਾਂ ਵੇਖ ਰਹੇ ਹੋ ਕਿ ਐਨ ਜ਼ਮਾਨਤ ਤੋਂ ਪਹਿਲਾਂ ਜਦੋਂ ਉਸਨੇ ਜੇਲ੍ਹ ਤੋਂ ਬਾਹਰ ਆਉਣਾ ਸੀ ਉਦੋਂ ਹੀ ਦਿੱਲੀ ਪੁਲਿਸ ਫਿਰ ਹਿਰਾਸਤ ਦੇ ਵਿੱਚ ਲੈ ਲੈਂਦੀ ਹੈ? ਦੇਖੋ ਇਹ ਹੈ ਨਾ ਵੀ ਅਦਾਲਤ ਨੇ ਤਾਂ ਜ਼ਮਾਨਤ ਦੇਤੀ, ਪਰ ਪੁਲਿਸ ਨੂੰ ਇਹ ਲੱਗਦਾ ਹੈ, ਦੇਖੋ ਅਦਾਲਤ 'ਚ ਪੁਲਿਸ ਨੇ ਵਿਰੋਧ ਵੀ ਕੀਤਾ ਸੀ ਵੀ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ। ਹੁਣ ਜਦੋਂ ਅਦਾਲਤ ਨੇ ਜ਼ਮਾਨਤ ਦਿੱਤੀ, ਪੁਲਿਸ ਕੋਲੇ ਕੀ ਹੱਲ ਹੈ? ਪੁਲਿਸ ਨੇ, ਪੁਰਾਤਤਵ ਮਹਿਕਮੇ ਨੇ ਸ਼ਿਕਾਇਤ ਦਰਜ ਕਰਾਈ ਹੋਈ ਸੀ, ਉਹ ਅਪਰਾਧ ਸ਼ਾਖਾ ਨੇ ਫਿਰ ਗ੍ਰਿਫਤਾਰੀ ਕਰ ਲਈ। ਪੰਜਾਬ 'ਚ ਵੀ ਬਹੁਤ ਵਾਰੀ ਹੁੰਦੇ ਆ, ਕਈ ਲੋਕ ਜਿਨ੍ਹਾਂ ਦੀ ਜ਼ਮਾਨਤ ਹੋ ਜਾਂਦੀ ਹੈ ਇਹਨਾਂ ਦੀ ਪੁਲਿਸ ਨਾਲ ਹੀ ਹੋਰ ਕੇਸ ਪਾ ਦਿੰਦੀ ਹੈ। ਇਹ ਪੁਲਿਸ ਦਾ ਪੁਰਾਣਾ ਢੰਗ ਹੈ ਬਹੁਤ ਸਾਰੇ ਲੋਕਾਂ ਨੂੰ ਨਜਿੱਠਣ ਦਾ। ਭਾਵ ਕਿ ਜਿਸ ਵਿਅਕਤੀ ਨੂੰ ਪੁਲਿਸ ਚਾਹਵੇ ਕਿ ਜ਼ਮਾਨਤ ਇਹਦੀ ਨਾ ਹੋਵੇ, ਉਹਦੇ ਤੇ ਨਵਾਂ ਕੇਸ ਪਾ ਕੇ ਉਹਨੂੰ ਉਸੇ ਟਾਈਮ ਗ੍ਰਿਫਤਾਰ ਕਰ ਸਕਦੀ ਹੈ, ਕਰ ਲੈਂਦੀ ਹੈ ਪੁਲਿਸ ਬਹੁਤ ਵਾਰੀ। ਕਿਉਂਕਿ ਆਧਾਰ ਬਣਦਾ ਸੀ ਉਹਨਾਂ ਨੇ ਆਧਾਰ, ਪੁਰਾਤਤਵ ਮਹਿਕਮੇ ਨੇ ਸ਼ਿਕਾਇਤ ਕੀਤੀ ਹੋਈ ਹੈ ਵੀ ਲਾਲ ਕਿਲ੍ਹੇ 'ਚ ਤੋੜ ਭੰਨ ਹੋਈ ਤੇ ਉਹਦੇ 'ਚ ਇਹਨੂੰ ਵੀ ਮੁਲਜ਼ਮ ਬਣਾ ਲਿਆ ਹੋਣਾ ਦੀਪ ਸਿੱਧੂ ਨੂੰ। ਪਰ ਮੈਨੂੰ ਲੱਗਦਾ ਇਸ ਮਾਮਲੇ 'ਚ ਵੀ ਜ਼ਮਾਨਤ ਹੋ ਜੂਗੀ ਦੀਪ ਸਿੱਧੂ ਨੂੰ ਦੇਰ ਸਵੇਰ। ਪਰ ਦੀਪ ਸਿੱਧੂ ਜੇਲ੍ਹ 'ਚੋਂ ਬਾਹਰ ਕਦੋਂ ਆਉਂਦਾ ਇਹ ਹਜੇ ਪੱਕੇ ਤੌਰ ਤੇ ਕਹਿ ਨਹੀਂ ਸਕਦੇ। ਬਿਲਕੁਲ। ਸੋ ਅਜਿਹੇ ਕੁਝ ਨੌਦੀਪ ਦੇ ਮਾਮਲੇ ਦੇ ਵਿੱਚ ਵੀ ਸੀ, ਕਿਉਂਕਿ ਤਕਰੀਬਨ 5 ਮਾਮਲਿਆਂ ਦੇ ਵਿੱਚ ਨੌਦੀਪ ਨੂੰ ਵੀ ਜ਼ਮਾਨਤ ਜਿਹੜੀ ਇੱਕ ਤੋਂ ਬਾਅਦ ਇੱਕ ਲੈਣੀ ਪਈ ਸੀ। ਸੋ ਉਮੀਦ ਹੈ ਕਿ ਜਿਹੜਾ
ਇਸ ਮਾਮਲਿਆਂ ਦੇ ਵਿੱਚ ਵੀ ਲਗਾਤਾਰ ਜਿਹੜੀ ਜ਼ਮਾਨਤਾਂ ਲੈ ਕੇ ਦੀਪ ਸਿੱਧੂ ਵੀ ਬਾਹਰ ਆਏਗਾ। ਇਸ ਮਾਮਲੇ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਖਾਸ ਤੌਰ ਦੇ ਉੱਤੇ ਇੱਕ ਵੀਡੀਓ ਜਾਰੀ ਕੀਤੀ ਹੈ, ਉਹ ਤੁਹਾਨੂੰ ਸੁਣਾ ਦਿੰਦੇ। ਉਹਨਾਂ ਨੇ ਇੱਕ ਵੱਖਰੇ ਕਿਸਮ ਦੇ ਚੈਲੰਜ ਦੇ ਰੂਪ ਦੇ ਵਿੱਚ ਗੱਲ ਕੀਤੀ ਹੈ ਕਿ ਅਸੀਂ ਇਸ ਹਫ਼ਤੇ ਦੇ ਵਿੱਚ ਦੀਪ ਸਿੱਧੂ ਨੂੰ ਬਾਹਰ ਰਿਹਾ ਕਰਾ ਕੇ ਲਿਆਵਾਂਗੇ। ਕੀ ਕਹਿ ਰਹੇ ਨੇ ਮਨਜਿੰਦਰ ਸਿੰਘ ਸਿਰਸਾ, ਉਹ ਸੁਣਦੇ ਹਾਂ, ਉਸ ਤੋਂ ਬਾਅਦ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਦਿੱਲੀ ਪੁਲਿਸ ਤਿਹਾੜ ਜੇਲ੍ਹ 'ਚ ਜਾਂਦੀ ਆ ਔਰ ਇੱਕ FIR ਨੰਬਰ 98/2021 ਜਿਹੜੀ ਕਿ ASI ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਸੀ ਪਬਲਿਕ ਪ੍ਰਾਪਰਟੀ ਨੂੰ ਡੈਮੇਜ ਕਰਨ ਦਾ, ਨੈਸ਼ਨਲ ਆਨਰ ਜਿਹੜਾ ਲਾਲ ਕਿਲ੍ਹਾ ਦਾ ਡੈਮੇਜ ਕਰਨ ਦਾ, ਉਸ ਦੇ ਅੰਦਰ ਉਹਦੀ ਅਰੈਸਟ ਪਾ ਲਈ ਜਾਂਦੀ ਹੈ। ਇਹ ਸਾਰਾ ਕੁਝ ਦਿੱਲੀ ਪੁਲਿਸ ਨੂੰ ਪਹਿਲਾਂ ਤੋਂ ਪਤਾ ਸੀ, ਮੁਕੱਦਮਾ ਵੀ ਪਹਿਲਾਂ ਤੋਂ ਦਰਜ ਸੀਗਾ, ਲੇਕਿਨ ਦਿੱਲੀ ਪੁਲਿਸ ਨੇ ਜਾਣਬੁੱਝ ਕੇ ਇਹ ਕੰਮ ਕੀਤਾ ਹੈ ਤਾਂ ਕਿ ਕਿਸਾਨ ਸੰਘਰਸ਼ ਨਾਲ ਲੜੇ ਲੋਕਾਂ ਨੂੰ ਖੜੇ ਲੋਕਾਂ ਨੂੰ ਡਰਾਇਆ ਜਾ ਸਕੇ, ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਤੁਸੀਂ ਜ਼ਮਾਨਤ ਕਰਾਓਗੇ, ਅਸੀਂ ਤੁਹਾਨੂੰ ਫਿਰ ਦੁਬਾਰਾ ਤੋਂ ਅਰੈਸਟ ਕਰ ਲਵਾਂਗੇ। ਮੈਂ ਜ਼ਰੂਰ ਇਹ ਕਹਿਣਾ ਚਾਹੁੰਦਾ ਹੈ ਕਿਉਂਕਿ ਸਾਰੇ ਲੋਕਾਂ ਦੇ ਇੱਕਦਮ ਪੈਨਿਕ ਮੋਡ 'ਚ ਫੋਨ ਆਉਣ ਲੱਗ ਪਏ, ਬਿਲਕੁਲ ਘਬਰਾਉਣ ਦੀ ਲੋੜ ਨਹੀਂ। ਇਸ ਕੇਸ ਅੰਦਰ ਵੀ ਅਗਲੇ 3 ਦਿਨਾਂ 'ਚ ਜ਼ਮਾਨਤ ਕਰਾਵਾਂਗੇ। ਸਰਕਾਰ ਨੇ ਅੱਗੇ ਵੀ ਬੜੇ ਧੱਕੇ ਕੀਤੇ ਨੇ, ਜਿਹੜੇ 150 ਲੋਕ ਅੰਦਰ ਬੰਦ ਕੀਤੇ ਸੀਗੇ 155 ਲੋਕਾਂ ਨੂੰ ਹੁਣ ਤੱਕ ਬਾਹਰ ਕਢਾ ਚੁੱਕੇ ਆ। 100 ਲੋਕਾਂ ਤੋਂ ਜ਼ਿਆਦਾ ਜ਼ਮਾਨਤਾਂ ਜਿਹੜੀਆਂ ਉਹ ਐਂਟੀਸਪੇਟਰੀ ਅਸੀਂ ਕਰਾ ਚੁੱਕੇ ਆ। ਕਿਸੇ ਸੂਰਤ ਅੰਦਰ ਵੀ ਇਹ ਜੋ ਇਹਨਾਂ ਨੇ ਮੁਕੱਦਮਾ ਦਰਜ ਕਰਾਇਆ ਹੈ ਕੀਤਾ ਹੈ, ਜਿਸ 'ਚ ਅਰੈਸਟ ਪਾਈ ਆ, ਅਗਲੇ ਹਫ਼ਤੇ 'ਚ ਅਸੀਂ ਜ਼ਮਾਨਤ ਕਰਾਵਾਂਗੇ ਔਰ ਪੁਲਿਸ ਨੂੰ ਇਹਦਾ ਜਵਾਬ ਦੇਵਾਂਗੇ। ਲੇਕਿਨ ਮੈਂ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਜੋ ਪੁਲਿਸ ਧੱਕਾ ਕਰਦੀ ਪਈ ਹੈ ਇਹ ਨਜਾਇਜ਼ ਆ। ਸਰਕਾਰਾਂ ਦੇ ਹੱਥਾਂ 'ਚ ਰਹਿ ਕੇ ਧੱਕੇ ਨਹੀਂ ਕਰਨੇ ਚਾਹੀਦੇ। ਤੁਸੀਂ ਜਾਤੀ ਕਰਦੇ ਪਏ ਜੇ ਔਰ ਇਹ ਜਾਤੀ ਜਿਹੜੀ ਆ ਅਸੀਂ ਕੋਰਟਾਂ ਕਚਹਿਰੀਆਂ 'ਚ ਲਿਜਾ ਕੇ ਇਹਦਾ ਪੁਰਜ਼ੋਰ ਜਵਾਬ ਦੇਵਾਂਗੇ, ਮਕੂਲ ਜਵਾਬ ਦੇਵਾਂਗੇ ਔਰ ਪੁਲਿਸ ਨੂੰ ਇਹਦੀ ਜਵਾਬ ਦੇ ਕੋਰਟਾਂ 'ਚ ਦੇਣੀ ਪਊਗੀ। ਹਾਈ ਕੋਰਟਾਂ 'ਚ ਰਿਟ ਪਾ ਕੇ ਅਸੀਂ ਇਹਦਾ ਜਵਾਬ ਮੰਗਾਂਗੇ ਜੋ ਪੁਲਿਸ ਸਾਡੇ ਨਾਲ ਇਸ ਵੇਲੇ ਧੱਕਾ ਕਰਦੀ ਪਈ ਆ। ਇਸ ਕਰਕੇ ਹਰ ਸੂਰਤ ਅੰਦਰ ਦੀਪ ਸਿੱਧੂ ਬਾਹਰ ਆਊਗਾ ਔਰ ਅਗਲੇ ਹਫ਼ਤੇ 'ਚ ਬਾਹਰ ਆਊਗਾ। ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ।